ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 21 ਫਰਵਰੀ ਹੈ, ਦਿਨ ਸੋਮਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਅੱਜ ਦੇ ਦਿਨ ਦੀ ਖਾਸੀਅਤ ਦੱਸ ਦਿੰਦੇ ਹਾਂ। ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਹੈ। ਦਾ ਖਾਲਸ ਟੀਵੀ ਦੁਨੀਆ ਭਰ ਦੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਦਿੰਦਾ ਹੈ ਤੇ ਨਾਲ ਹੀ ਸੁਨੇਹਾ ਵੀ ਦਿੰਦੇ ਹਾਂ ਕਿ ਜਿਨ੍ਹਾਂ ਕੋਲ ਜ਼ੁਬਾਨਾਂ ਨੇ ਉਹੀ ਰਾਜ ਕਰਦੇ ਨੇ। ਵਧੇ ਫੁੱਲੇ ਮਾਂ ਬੋਲੀ, ਕੋਈ ਨਾ ਭੁੱਲੇ ਮਾਂ ਬੋਲੀ। ਤੇ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ, ਉਸ ਮਾਂ ਬੋਲੀ ਨੂੰ ਅਸੀਂ ਯਾਦ ਰੱਖੀਏ, ਪੜ੍ਹੀਏ, ਲਿਖੀਏ, ਸਿੱਖੀਏ। ਇਸ ਦਾ ਸਾਨੂੰ ਸਾਰਿਆਂ ਨੂੰ ਅਹਿਦ ਲੈਣਾ ਚਾਹੀਦਾ ਹੈ। ਮਾਪਿਆਂ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨਾਲ ਸਭ ਤੋਂ ਪਹਿਲਾਂ ਜੋੜਨਗੇ, ਕਿਉਂਕਿ ਜਦੋਂ ਇੱਕ ਬੱਚੇ ਨੂੰ ਮਾਂ ਬੋਲੀ ਹੀ ਪਰਪੱਕ ਰੂਪ ਦੇ ਵਿੱਚ ਨਹੀਂ ਆਉਂਦੀ ਤਾਂ ਉਹ ਦੂਸਰੀਆਂ ਭਾਸ਼ਾਵਾਂ ਵੀ ਆਸਾਨੀ ਨਾਲ ਨਹੀਂ ਸਿੱਖ ਸਕਦਾ। ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਜਦੋਂ ਬੱਚਾ ਬੋਲਣ ਲੱਗਦਾ, ਸਕੂਲ ਵਿੱਚ ਉਹਦੀ ਬੋਲੀ ਹੋਰ, ਘਰ ਵਿੱਚ ਬੋਲੀ ਹੋਰ, ਇਸ ਤਰ੍ਹਾਂ ਬੱਚੇ ਨੂੰ ਕਨਫਿਊਜ਼ ਕਰਕੇ ਰੱਖ ਦਿੰਦੇ ਆ ਤਾਂ ਉਹ ਹਰ ਬੋਲੀ ਦੇ ਵਿੱਚ ਮਾਰ ਖਾਂਦਾ। ਸੋ ਮਾਂ ਬੋਲੀ ਹੈ ਜਿਹੜੀ, ਉਹਦੇ ਨਾਲ ਜੋੜਨਾ ਬੜਾ ਜ਼ਰੂਰੀ ਹੈ, ਚਾਹੇ ਤੁਸੀਂ ਦੇਸ਼ ਵਿੱਚ ਰਹਿੰਦੇ ਹੋ ਜਾਂ ਵਿਦੇਸ਼ ਵਿੱਚ ਰਹਿੰਦੇ ਹੋ। ਮਾਂ ਬੋਲੀ ਤੋਂ ਟੁੱਟਿਆ ਮਨੁੱਖ ਕਾਮਯਾਬੀ ਨਹੀਂ ਹਾਸਲ ਕਰ ਸਕਦਾ। ਤੇ ਸਾਡੀ ਮਾਂ ਬੋਲੀ ਵਧੂ ਫੁੱਲੂਗੀ ਤਾਂ ਜੇ ਅਸੀਂ ਸ਼ੁੱਧ ਪੰਜਾਬੀ ਬੋਲਣਾ ਸਿੱਖਾਂਗੇ, ਸ਼ੁੱਧ ਹੀ ਪੜ੍ਹਾਂਗੇ, ਲਿਖਾਂਗੇ, ਤਾਂ ਹੀ ਅਸੀਂ ਮਾਂ ਬੋਲੀ ਦੇ ਅਸਲ ਮੁੱਦਈ ਕਹਾਵਾਂਗੇ। ਸੋ ਮਾਂ ਬੋਲੀ ਨੂੰ ਸਲਾਮ ਤੇ ਬਾਕੀ ਸਾਰੀਆਂ ਬੋਲੀਆਂ ਦਾ ਬਹੁਤ ਸਤਿਕਾਰ। ਤੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਨਾਲ ਅੱਜ ਦੇ ਦਿਨ ਦੀ ਇੱਕ ਹੋਰ ਇਤਿਹਾਸਿਕ ਮਹੱਤਤਾ ਹੈ ਕਿ ਅੱਜ ਦੇ ਦਿਨ ਸਾਕਾ ਨਨਕਾਣਾ ਸਾਹਿਬ ਵਾਪਰਿਆ ਸੀ। ਦਾ ਖਾਲਸ ਟੀਵੀ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ ਹੈ। ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ ਦੀ। ਕੱਲ ਵੋਟਾਂ ਨਿਬੜ ਗਈਆਂ ਨੇ, ਹੁਣ 10 ਮਾਰਚ ਨੂੰ ਨਤੀਜੇ ਆਉਣਗੇ। ਉਦੋਂ ਤੱਕ ਆਪਾਂ ਨੂੰ ਉਡੀਕ ਕਰਨੀ ਪਊਗੀ। ਦਿਨ ਬਹੁਤ ਜ਼ਿਆਦਾ ਨੇ ਪਰ ਕਰਨੀ ਤਾਂ ਪੈਣੀ ਹੈ ਉਡੀਕ, ਕਿਉਂਕਿ ਬਾਕੀ ਸੂਬਿਆਂ ਦੀਆਂ ਚੋਣਾਂ ਹਲੇ ਹੋ ਰਹੀਆਂ ਨੇ ਤੇ 5 ਸੂਬਿਆਂ ਦੇ ਇਕੱਠੇ ਹੀ ਨਤੀਜੇ ਆਉਣਗੇ। ਵੋਟਰਾਂ ਨੇ 117 ਉਮੀਦਵਾਰਾਂ ਦੀ ਕਿਸਮਤ ਹੁਣ ਮਸ਼ੀਨਾਂ ਦੇ ਵਿੱਚ ਤੇ ਡੱਬਿਆਂ ਦੇ ਵਿੱਚ ਬੰਦ ਕਰ ਦਿੱਤੀ ਹੈ। ਚੋਣ ਕਮਿਸ਼ਨ ਦੇ ਮੁਤਾਬਿਕ ਅਮਨ ਅਮਾਨ ਦੇ ਨਾਲ ਚੋਣ ਅਮਲ ਸਿਰੇ ਚੜ੍ਹਿਆ ਹੈ ਤੇ ਬਹੁਤ ਅਹਿਮ ਗੱਲ ਦੇਖਣ ਨੂੰ ਇਹ ਮਿਲੀ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਾਲਿਆਂ ਨੇ ਬਹੁਤ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ ਨੇ। ਜਦੋਂ ਸਵੇਰੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸੀ, ਪਹਿਲੇ ਘੰਟੇ ਵਿੱਚ ਹੀ 5% ਵੋਟਿੰਗ ਦਰਜ ਕੀਤੀ ਗਈ ਤਾਂ ਲੱਗਦਾ ਸੀ ਕਿ ਐਤਕੀ ਰਿਕਾਰਡ ਟੁੱਟੂਗਾ, ਪਰ ਅਖੀਰ ਤੱਕ ਰਾਤ 11:45 ਵਜੇ ਤੱਕ ਜਿਹੜੀ ਟਰਨ ਆਊਟ ਐਪ ਹੈਗੀ ਹੈ ਚੋਣ ਕਮਿਸ਼ਨ ਦੀ, ਉਹਦੇ ਮੁਤਾਬਿਕ 68.39% ਵੋਟਾਂ ਪਈਆਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ। ਫਾਈਨਲ ਅੰਕੜੇ ਨੇ ਜਿਹੜੇ ਸਵੇਰ ਦੀਆਂ ਖਬਰਾਂ ਪੜ੍ਹਨ ਤੱਕ ਵੀ ਨਹੀਂ ਅਸੀਂ ਕਹਿ ਸਕਦੇ ਕਿ ਆਏ ਨੇ, ਕਿਉਂਕਿ ਪੂਰੇ ਪੰਜਾਬ ਦੇ ਵਿੱਚੋਂ ਵੋਟਿੰਗ ਰਿਕਾਰਡ ਜਿਹੜਾ ਇਕੱਠਾ ਕਰਨ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਹੈ ਤੇ ਚੋਣ ਕਮਿਸ਼ਨ ਨੇ ਫਾਈਨਲ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਵੀ ਕਰਨੀ ਹੁੰਦੀ ਹੈ। ਉਹ ਵੀ ਜਦੋਂ ਕਰਨਗੇ ਤੁਹਾਨੂੰ ਜਾਣਕਾਰੀ ਦੇਵਾਂਗੇ। ਪਰ ਪੰਜਾਬ ਦੀਆਂ ਕਈ ਥਾਵਾਂ ਦੇ ਉੱਤੇ EVM ਮਸ਼ੀਨਾਂ ਦੇ ਵਿੱਚ ਖਾਮੀਆਂ ਪਾਈਆਂ ਗਈਆਂ ਤੇ ਵੋਟਿੰਗ ਹੈ ਜਿਹੜੀ ਉਹ ਲੇਟ ਹੋ ਗਈ, ਬੰਦ ਹੋ ਗਈ। ਇਸ ਤਰੀਕੇ ਦੀਆਂ ਖਬਰਾਂ ਵੀ ਮਿਲੀਆਂ। ਤੇ ਇੱਕ ਜ਼ਰੂਰੀ ਜਾਣਕਾਰੀ ਦੱਸ ਦਈਏ ਕਿ ਚੋਣਾਂ ਦੇ ਵਿੱਚ ਜਿਨ੍ਹਾਂ ਨੇ ਵੀ ਡਿਊਟੀ ਦਿੱਤੀ ਹੈ ਉਹਨਾਂ ਸਾਰਿਆਂ ਨੂੰ ਅੱਜ ਛੁੱਟੀ ਰਹੂਗੀ। ਸਭ ਤੋਂ ਵੱਧ ਵੋਟਿੰਗ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਤੇ ਮਾਨਸਾ 2002 ਦੀਆਂ ਵੋਟਾਂ ਤੋਂ ਲੈ ਕੇ ਹੁਣ ਤੱਕ ਪਹਿਲੇ ਨੰਬਰ ਤੇ ਹੀ ਆ ਰਿਹਾ ਹੈ। ਹਾਲਾਂਕਿ ਪਿਛਲੀ ਵਾਰੀ ਨਾਲੋਂ ਘੱਟ ਵੋਟਾਂ ਨੇ, ਪਰ ਆਲ ਓਵਰ ਮਾਨਸਾ ਜ਼ਿਲ੍ਹੇ 'ਚ ਸਭ ਤੋਂ ਵੱਧ ਵੋਟਾਂ ਨੇ। 77.21% ਵੋਟਿੰਗ ਹੋਈ ਹੈ। ਮਲੇਰਕੋਟਲਾ ਦੂਜੇ ਥਾਂ ਤੇ ਰਿਹਾ 72.84% ਵੋਟਾਂ ਦੇ ਨਾਲ। ਤੇ ਜੇ ਆਪਾਂ ਪਿਛਲੇ ਸਾਲ ਆਲ ਓਵਰ ਵੋਟਿੰਗ ਦੀ ਗੱਲ ਕਰ ਲਈਏ ਤਾਂ ਇਹ 77.40% ਸੀ, ਯਾਨੀ ਕਿ ਉਦੋਂ ਵੀ ਬਹੁਤ ਲੋਕਾਂ ਨੇ ਵੋਟ ਪਾਈ ਸੀ। ਤੇ ਐਤਕੀ ਜੇ 68.39% ਰਾਤ 12 ਵਜੇ ਤੱਕ ਦਰਜ ਕੀਤੀ ਗਈ ਹੈ ਤਾਂ ਪਿਛਲੀ ਵਾਰੀ ਨਾਲੋਂ ਕਾਫੀ ਘੱਟ ਹੈ। ਪੂਰਾ 10% ਦਾ ਫਰਕ ਆਪਾਂ ਕਹਿ ਸਕਦੇ ਹਾਂ। ਤੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਸਭ ਤੋਂ ਘੱਟ ਵੋਟਿੰਗ ਹੈ ਜਿਹੜੀ ਉਹ ਤਰਨਤਾਰਨ ਦੇ ਵਿੱਚ ਦਰਜ ਕੀਤੀ ਗਈ ਹੈ। ਤਰਨਤਾਰਨ ਵਿੱਚ 60.47% ਵੋਟਾਂ ਪਈਆਂ ਨੇ। ਤੇ ਪੂਰੇ ਪੰਜਾਬ ਦੇ ਅੰਕੜਿਆਂ ਦੀ ਗੱਲ ਕਰ ਲਈਏ ਤਾਂ ਮਾਲਵੇ ਵਾਲਿਆਂ ਨੇ ਵੋਟਾਂ ਪਾਉਣ ਦੇ ਵਿੱਚ ਖਾਸਾ ਉਤਸ਼ਾਹ ਦਿਖਾਇਆ। ਮਾਨਸਾ ਵਿੱਚ ਤਾਂ ਸਭ ਤੋਂ ਵੱਧ ਹੈ ਹੀ, ਉਸ ਤੋਂ ਬਾਅਦ ਬਰਨਾਲੇ ਵਿੱਚ ਵੀ 68% ਤੇ ਮੁਕਤਸਰ ਦੇ ਵਿੱਚ 78% ਮਤਦਾਨ ਦਰਜ ਕੀਤਾ ਗਿਆ ਸੀ 5 ਵਜੇ ਤੱਕ। ਹਾਲਾਂਕਿ ਆਲ ਓਵਰ ਮਾਨਸਾ ਅੱਗੇ ਰਿਹਾ ਹੈ।
ਪਿਛਲੇ ਸਾਲ ਮਾਨਸਾ ਵਾਲਿਆਂ ਨੇ 84% ਤੋਂ ਵੱਧ ਵੋਟਾਂ ਪਾਈਆਂ ਸੀ। 2012 ਦੇ ਵਿੱਚ ਵੀ ਸਭ ਤੋਂ ਮੋਹਰੀ ਰਿਹਾ ਸੀ ਜ਼ਿਲ੍ਹਾ, ਜਦੋਂ 82.2% ਵੋਟਾਂ ਪਈਆਂ ਸੀ। 2007 ਵਿੱਚ 85.5% ਤੇ 2002 ਦੇ ਵਿੱਚ 72.4% ਲੋਕਾਂ ਨੇ ਵੋਟਾਂ ਪਾਈਆਂ ਸੀ। ਤੇ ਇੰਨੇ ਸਾਲਾਂ ਤੋਂ ਜਿਹੜਾ ਇਹ ਜ਼ਿਲ੍ਹਾ ਹੈ ਉਹ ਮੋਹਰੀ ਰਿਹਾ ਹੈ ਵੋਟਾਂ ਪਾਉਣ ਦੇ ਵਿੱਚ। ਤੇ ਸਭ ਤੋਂ ਵੱਧ ਜਿਹੜੇ ਪਿੰਡ ਦੇ ਵਿੱਚ VOTING ਹੋਈ ਹੈ ਉਹ ਫਰੀਦਕੋਟ ਦਾ ਪਿੰਡ ਸਾਧੂਵਾਲਾ ਹੈ, ਜਿੱਥੇ ਰਿਕਾਰਡ ਟੁੱਟ ਗਿਆ। 94% VOTING ਹੋਈ ਹੈ। ਇੱਥੇ 94% ਲੋਕਾਂ ਨੇ, ਪਿੰਡ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ। ਇਹਨਾਂ ਵੋਟਾਂ ਦੇ ਵਿੱਚ ਸਾਰੇ ਵੱਡੇ ਸਿਆਸੀ ਦਿਗਜਾਂ ਨੇ ਵੋਟਾਂ ਪਾਈਆਂ ਤੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਅਤੇ ਵੋਟਾਂ ਦੇ ਦਰਮਿਆਨ ਇੱਕ ਤਸਵੀਰ ਬੜੀ ਚਰਚਾ ਦੇ ਵਿੱਚ ਰਹੀ ਹੈ, ਇੱਕ ਵੀਡੀਓ ਬੜੀ ਚਰਚਾ ਦੇ ਵਿੱਚ ਰਹੀ ਹੈ। ਉਹ ਹੈ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੀ ਦੁਆ ਸਲਾਮ ਹੋਈ ਹੈ ਕੁਝ ਸਕਿੰਟਾਂ ਦੀ, ਤੇ ਪਰ ਦੋਨਾਂ ਦੇ ਚਿਹਰਿਆਂ ਤੇ ਮੁਸਕਾਨ ਕੋਈ ਨਹੀਂ ਸੀ। ਵੋਟਾਂ ਦਰਮਿਆਨ ਪੰਜਾਬ ਦੇ ਕਈ ਥਾਵਾਂ ਤੇ ਹਿੰਸਾ ਵੀ ਹੋਈ ਹੈ। ਖਬਰਾਂ ਦੇ ਵਿਸਥਾਰ 'ਚ ਤੁਹਾਨੂੰ ਦੱਸਾਂਗੇ। ਵੋਟਾਂ ਤੋਂ ਬਾਅਦ ਸਾਰੇ ਵੱਡੇ ਸਿਆਸੀ ਲੀਡਰਾਂ ਨੇ ਲੋਕਾਂ ਦਾ ਧੰਨਵਾਦ ਕੀਤਾ, ਵੋਟਰਾਂ ਦਾ ਧੰਨਵਾਦ, ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਆਪੋ ਆਪਣੀ ਜਿੱਤ ਦੇ ਦਾਅਵੇ ਵੀ ਠੋਕੇ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡਾ ਗੱਠਜੋੜ ਅਕਾਲੀ ਬਸਪਾ ਗੱਠਜੋੜ ਬਹੁਮਤ ਦੇ ਨਾਲ ਸਰਕਾਰ ਬਣਾਏਗਾ। ਭਗਵੰਤ ਮਾਨ ਵੀ ਪੂਰਾ ਦਾਅਵਾ ਕਰ ਰਹੇ ਨੇ, ਕਹਿੰਦੇ ਅਸੀਂ ਸਰਕਾਰ ਬਣ ਗਈ ਤਾਂ ਵਧੀਕੀਆਂ ਦਾ ਹਿਸਾਬ ਕਿਤਾਬ ਲਵਾਂਗੇ। ਕੈਪਟਨ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦਾ ਭਲਾ ਕਰਨਾ ਹੈ ਤਾਂ ਕੇਂਦਰੀ ਹਕੂਮਤ ਨਾਲ ਸਾਂਝ ਬੜੀ ਜ਼ਰੂਰੀ ਹੈ। ਚਰਨਜੀਤ ਸਿੰਘ ਚੰਨੀ ਨੇ ਅਕਾਲੀਆਂ, BJP ਤੇ ਆਮ ਆਦਮੀ ਪਾਰਟੀ ਤੇ ਰਲੇ ਹੋਣ ਦਾ ਇਲਜ਼ਾਮ ਲਾਇਆ ਤਾਂ ਸੁਨੀਲ ਜਾਖੜ ਕਹਿੰਦੇ ਦਿਖੇ ਕਿ ਲੋਕ ਇਸ ਵਾਰੀ ਫੁੱਟ ਪਾਊ ਤਾਕਤਾਂ ਨੂੰ ਰੱਦ ਕਰਨਗੇ, ਕਾਂਗਰਸ ਮੋਹਰੀ ਰਹੇਗੀ। ਬਲਵੀਰ ਸਿੰਘ ਰਾਜੇਵਾਲ ਨੇ ਵੀ ਆਪਣੀ ਵੋਟ ਕਾਸਟ ਕੀਤੀ ਅਤੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਐਤਕੀ ਪਹਿਲਾਂ ਨਾਲੋਂ ਕਿਤੇ ਵੱਧ ਹਵਾ ਵਗੀ ਹੈ, ਵੋਟ ਸ਼ੇਅਰ ਜ਼ਰੂਰ ਵਧੇਗਾ। ਨਵਜੋਤ ਸਿੰਘ ਸਿੱਧੂ ਨੇ ਚੋਣਾਂ ਨੂੰ ਧਰਮ ਯੁੱਧ ਕਿਹਾ ਤਾਂ ਮਜੀਠੀਆ ਨੇ ਕਿਹਾ ਕਿ ਇਸ ਵਾਰੀ ਲੋਕ ਮੁੱਦੇ ਜਿੱਤਣਗੇ। ਕੁਝ ਹੋਰ ਜਾਣਕਾਰੀਆਂ ਤੁਹਾਨੂੰ ਦੇ ਦਿੰਦੇ ਹਾਂ। ਦੋਦਾ, ਸ਼੍ਰੀ ਮੁਕਤਸਰ ਸਾਹਿਬ ਦੇ ਦੋਦਾ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਸੁਖਮਿੰਦਰ ਸਿੰਘ ਤੇ ਉਸਦੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ, ਡਿੰਪੀ ਢਿੱਲੋਂ ਦੇ ਭਰਾ ਸਨੀ ਢਿੱਲੋਂ ਤੇ ਉਸਦੇ ਸਾਥੀਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਤੇ ਇਸ ਮਸਲੇ ਦੇ ਵਿੱਚ ਡਿੰਪੀ ਢਿੱਲੋਂ ਦੇ ਭਰਾ ਸਣੇ 7 ਜਣਿਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਪੂਰਬੀ ਸੀਟ ਤੇ ਵੀ ਵੋਟਾਂ ਤੋਂ ਪਹਿਲਾਂ ਵਾਲੀ ਰਾਤ ਨੂੰ ਸਿੱਧੂ ਤੇ ਮਜੀਠੀਆ ਦੇ ਸਮਰਥਕਾਂ ਦੇ ਵਿੱਚ ਝਗੜਾ ਹੋ ਗਿਆ ਸੀ। 2 ਜਣੇ ਜ਼ਖਮੀ ਹੋ ਗਏ। ਇੱਕ ਧਿਰ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ। ਬਠਿੰਡਾ ਦੇ ਵਿੱਚ ਵੀ ਗੋਲੀ ਚੱਲੀ, ਗੱਡੀ ਭੰਨ ਦਿੱਤੀ ਗਈ। ਇੱਕ ਖਬਰ ਘੱਗਾ ਤੋਂ ਹੈ, ਹੈਰਾਨ ਕਰ ਦੇਣ ਵਾਲੀ ਹੈ, ਕਿਉਂਕਿ ਆਮ ਤੌਰ ਤੇ ਇਹਨਾਂ ਵੋਟਾਂ ਦੇ ਵਿੱਚ ਹੀ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਨੂੰ ਪੈਸੇ ਵੰਡਣ ਦਾ, ਲਾਲਚ ਦੇਣ ਦਾ, ਤੋਹਫੇ ਦੇ ਕੇ ਵੋਟਾਂ ਲੈਣ ਦਾ ਬੜਾ ਤਜਰਬਾ ਹੈ। ਪਰ ਘੱਗਾ ਦੇ ਵਿੱਚ ਪੈਸੇ ਵੰਡਣ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ ਦੇ 2 ਕਾਰਕੁਨਾਂ ਦੇ ਖਿਲਾਫ ਕੇਸ ਦਰਜ ਹੋਇਆ ਹੈ। ਚੋਣਾਂ ਤੋਂ ਇੱਕ ਰਾਤ ਪਹਿਲਾਂ ਇਹ ਵੋਟਰਾਂ ਨੂੰ ਪੈਸੇ ਵੰਡ ਰਹੇ ਸੀ। ਪੁਲਿਸ ਨੇ ਇਹਨਾਂ ਕੋਲੋਂ 1.25 ਲੱਖ ਰੁਪਏ ਨਕਦੀ ਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਜਾਲੀ ਵੋਟਾਂ ਦੀਆਂ ਵੀ ਖਬਰਾਂ ਮਿਲੀਆਂ ਨੇ। ਲੁਧਿਆਣਾ ਦੇ ਵਿੱਚ ਜਾਲੀ ਵੋਟ ਦੇ ਦੋਸ਼ ਵਿੱਚ BJP ਲੀਡਰਾਂ ਨੇ ਧਰਨਾ ਦਿੱਤਾ। 2 ਥਾਣਾ ਮੁਖੀਆਂ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ। ਪੁਲਿਸ ਤੇ ਗੰਭੀਰ ਦੋਸ਼ ਲਾਏ ਗਏ ਨੇ। ਇੱਥੇ ਹਲਕਾ ਕੇਂਦਰੀ ਤੋਂ BJP ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਹੀ ਕਾਂਗਰਸ ਦੇ ਵਰਕਰਾਂ ਨਾਲ ਮਿਲ ਕੇ ਜਾਲੀ ਵੋਟ ਪਵਾਈ ਹੈ। ਜ਼ੀਰਾ ਦੇ ਵਿੱਚ ਅਕਾਲੀ ਲੀਡਰ ਸੁਖਦੇਵ ਸਿੰਘ ਵਿਜ ਤੇ ਵੋਟਾਂ ਤੋਂ ਪਹਿਲਾਂ ਵਾਲੀ ਰਾਤ 6 ਅਣਪਛਾਤੇ ਜਣਿਆਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ 6 ਖਿਲਾਫ ਕੇਸ ਦਰਜ ਕੀਤਾ ਹੈ ਬਿਨਾਂ ਨਾਮ ਤੋਂ। ਲੀਡਰ ਬਿੱਟੂ ਤਾਂ ਵਾਲ-ਵਾਲ ਬਚ ਗਿਆ, ਪਰ ਗੱਡੀ ਪੂਰੀ ਤਰ੍ਹਾਂ ਭੰਨ ਤੋੜ ਦਿੱਤੀ ਗਈ ਹੈ। ਐਤਕੀ ਪੰਜਾਬ ਦੇ ਵਿੱਚ ਪੋਲਿੰਗ ਬੂਥ ਕਾਫੀ ਦਿਲ ਖਿੱਚਵੇਂ ਰਹੇ। ਗੁਲਾਬੀ ਬੂਥ ਅਤੇ ਜਿਹੜੇ ਮਾਡਲ ਬੂਥ ਸੀ ਉਹਨਾਂ ਬਾਰੇ ਖਬਰਾਂ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ। ਤੇ ਜਿਹੜੇ ਲੋਕਾਂ ਨੇ ਬਾਈਕਾਟ ਕੀਤਾ ਚੋਣਾਂ ਦਾ, ਉਹਨਾਂ ਦੀ ਵੀ ਗੱਲ ਤੁਹਾਨੂੰ ਦੱਸ ਦਿੰਦੇ ਹਾਂ। ਇੱਕ ਤਾਂ ਬਸਿਆਲ ਅਤੇ ਲਸਿਆਣ ਪਿੰਡ ਦੇ ਵਿੱਚ ਵੋਟਾਂ ਦਾ ਬਾਈਕਾਟ ਕੀਤਾ ਲੋਕਾਂ ਨੇ। ਦੂਸਰਾ, ਮਨਰੇਗਾ ਮਜ਼ਦੂਰਾਂ ਨੇ ਵੀ ਬਾਈਕਾਟ ਕੀਤਾ। ਜਲੰਧਰ ਦੇ ਨਕੋਦਰ ਤੇ ਸ਼ਾਹਕੋਟ ਹਲਕਿਆਂ ਦੇ ਵਿੱਚ ਕੰਮ ਨਾ ਮਿਲਣ ਕਰਕੇ ਮਨਰੇਗਾ ਮਜ਼ਦੂਰਾਂ ਨੇ ਵੋਟਾਂ ਨਹੀਂ ਪਾਈਆਂ। ਇਸੇ ਤਰ੍ਹਾਂ ਬੈਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਨੇ ਵੀ ਵੋਟ ਨਹੀਂ ਪਾਈ। ਸੁਖਰਾਜ ਸਿੰਘ ਤਾਂ ਦਸੰਬਰ ਤੋਂ ਹੀ ਲਗਾਤਾਰ ਧਰਨੇ ਤੇ ਬੈਠੇ ਨੇ। ਜਿੰਨੇ ਵੀ ਬੈਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰ ਨੇ, 2 ਸਿੰਘ ਤਾਂ ਸ਼ਹੀਦ ਹੋ ਗਏ ਸੀ ਤੇ ਬਾਕੀ ਜਿਹੜੇ ਜ਼ਖਮੀ ਹੋ ਗਏ ਸੀ, ਉਹਨਾਂ ਸਾਰੇ ਪਰਿਵਾਰਾਂ ਨੇ ਵੋਟਾਂ ਦੇ ਵਿੱਚ ਹਿੱਸਾ ਨਹੀਂ ਲਿਆ, ਕਿਉਂਕਿ ਉਹਨਾਂ ਦੇ ਮੁਤਾਬਿਕ ਉਹਨਾਂ ਨੂੰ ਕਿਸੇ ਵੀ ਸਰਕਾਰ ਤੋਂ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਕੋਈ ਆਸ ਹੈ।
ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪੋਲਿੰਗ ਬੂਥ ਸਾਂਝੇ ਲਾਏ ਗਏ ਨੇ। ਭਾਈਚਾਰਕ ਸਾਂਝ ਦਿਖਾਈ ਪਿੰਡ ਦੇ ਲੋਕਾਂ ਨੇ। ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਇੱਕ ਹੀ ਮੇਜ਼ ਦੇ ਉੱਤੇ ਬੈਠੀਆਂ, ਇੱਕ ਹੀ ਮੇਜ਼ ਤੇ ਪੋਲਿੰਗ ਬੂਥ ਬਣਾਏ ਗਏ ਤੇ ਇੱਕ ਪਿੰਡ ਜਗਰਾਉਂ ਦਾ ਸਿੱਧਵਾਂ ਖੁਰਦ, ਇਸ ਨੇ ਨਵਾਂ ਇਤਿਹਾਸ ਸਿਰਜਿਆ ਹੈ। ਪਿੰਡ ਦੇ ਵਿੱਚ ਬੂਥ ਹੀ ਨਹੀਂ ਲੱਗਿਆ। ਸਿੱਧਵਾਂ ਖੁਰਦ ਵਿੱਚ ਹਾਲਾਂਕਿ ਡਿਗਰੀ ਕਾਲਜ, ਬੀਐਡ ਕਾਲਜ, ਲਾਅ ਕਾਲਜ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਸਕੂਲ ਵੀ ਬਣੇ ਹੋਏ ਨੇ, ਪਰ ਇਸ ਵਾਰੀ ਪਿੰਡ ਵਿੱਚ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਬੂਥ ਲੱਗਿਆ, ਨਾ ਹੀ ਲੋਕਾਂ ਨੇ ਘਰਾਂ ਤੇ ਝੰਡੀਆਂ ਲਾਈਆਂ। ਇਸ ਪਿੰਡ ਦੇ ਵਿੱਚ 1300 ਦੇ ਕਰੀਬ ਪੜ੍ਹੇ ਲਿਖੇ ਤੇ ਸੂਝਵਾਨ ਵੋਟਰ ਨੇ ਤੇ ਪਿੰਡ ਵਾਸੀਆਂ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਕਿਸੇ ਵੀ ਵੋਟਰ ਦੇ ਉੱਤੇ ਦਬਾਅ ਨਾ ਪਾਇਆ ਜਾ ਸਕੇ ਤੇ ਲੋਕ ਆਪਣੀ ਮਰਜ਼ੀ ਦੇ ਨਾਲ ਵੋਟਾਂ ਪਾਉਣ। ਵੋਟਾਂ ਤੋਂ ਬਾਅਦ ਕੁਝ ਹੋਰ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸ਼ੇਰਪੁਰ ਤੋਂ ਖਬਰ ਹੈ, ਜਿੱਥੇ ਪਿਛਲੇ ਦਿਨੀ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਫਿਲਮ ਅਦਾਕਾਰ ਅਤੇ ਕਿਸਾਨ ਮੋਰਚੇ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਦੀਪ ਸਿੱਧੂ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਹਿਰ ਦੇ ਵਿੱਚ ਮੋਮਬੱਤੀ ਮਾਰਚ ਕੱਢਿਆ, ਜਿਹੜਾ ਕਿ ਸ਼ੇਰਪੁਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਮੇਨ ਬਾਜ਼ਾਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੱਤੀਆਂ ਗਲੀਆਂ ਮੁਹੱਲਿਆਂ ਵਿੱਚੋਂ ਦੀ ਗੁਜ਼ਰਿਆ। ਪੰਜਾਬ ਵੋਟਾਂ ਦੇ ਨਾਲ-ਨਾਲ ਯੂਪੀ ਦੇ ਵਿੱਚ ਵੀ ਕੱਲ ਤੀਸਰੇ ਗੇੜ ਦੀਆਂ ਵੋਟਾਂ ਪਈਆਂ ਨੇ ਤੇ ਤੀਜੇ ਗੇੜ ਦੀਆਂ ਵੋਟਾਂ ਦੇ ਵਿੱਚ 61% ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ। ਵੋਟਾਂ ਸ਼ੁਰੂ ਹੋਣ ਦੇ ਪਹਿਲੇ ਘੰਟੇ ਵਿੱਚ 5% ਦੇ ਕਰੀਬ ਪੋਲਿੰਗ ਹੋ ਚੁੱਕੀ ਸੀ। ਵਜੇ ਤੱਕ 49% ਨੂੰ ਪਾਰ ਕਰ ਗਈ ਸੀ। ਉਂਝ ਨਿੱਕੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਦੇ ਨਾਲ ਹੀ ਨੇਪਰੇ ਚੜਿਆ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਦਾਅਵਾ ਕੀਤਾ ਕਿ ਇਸ ਵਾਰ ਸਿਆਸੀ ਪਾਰਟੀਆਂ ਨੇ ਵਧੇਰੇ ਜ਼ਿੰਮੇਵਾਰੀ ਦਿਖਾਈ। ਸੁਰੱਖਿਆ ਦਸਤਿਆਂ ਦੀ ਮੁਸਤੈਦੀ ਦੇ ਕਾਰਨ ਪੋਲਿੰਗ ਸਟੇਸ਼ਨ ਨੇੜੇ ਚਿੜੀ ਵੀ ਨਹੀਂ ਫੜਕਣ ਦਿੱਤੀ। ਸੂਬੇ ਦੇ 5 ਜ਼ਿਲ੍ਹੇ ਅਜਿਹੇ ਰਹੇ ਜਿੱਥੇ ਵੋਟਰਾਂ ਨੇ ਘੱਟ ਦਿਲਚਸਪੀ ਦਿਖਾਈ। ਇੱਥੇ 65% ਤੋਂ ਵੀ ਘੱਟ ਵੋਟਾਂ ਪਈਆਂ, ਜਦਕਿ 12 ਜ਼ਿਲ੍ਹਿਆਂ ਦੇ ਵਿੱਚ 70% ਤੋਂ ਉੱਤੇ ਵੋਟਾਂ ਪਈਆਂ ਨੇ। ਸਭ ਤੋਂ ਵੱਧ ਵੋਟਾਂ ਮਾਨਸਾ ਦੇ ਵਿੱਚ 78.7% ਤੇ ਸਭ ਤੋਂ ਘੱਟ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ 61.2% ਵੋਟਾਂ ਪਈਆਂ ਨੇ। ਪਿਛਲੀ ਵਾਰੀ 2017 ਦੇ ਵਿੱਚ ਵੀ ਮਾਨਸਾ ਦੇ ਵਿੱਚ ਰਿਕਾਰਡ ਵੋਟਿੰਗ ਹੋਈ ਸੀ। 85% ਦੇ ਕਰੀਬ ਲੋਕਾਂ ਨੇ ਇੱਥੇ ਵੋਟਾਂ ਪਾਈਆਂ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 77.2% ਦੀ ਪੋਲਿੰਗ ਹੋਈ ਸੀ ਤੇ ਐਤਕੀ ਆਖਰੀ ਅੰਕੜੇ ਆਉਣ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਕਿੰਨੀ ਪੋਲਿੰਗ ਹੋਏਗੀ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ, ਸ਼ਾਮ ਨੂੰ 6 ਵਜੇ ਤੱਕ ਲਗਾਤਾਰ ਜਾਰੀ ਰਿਹਾ। ਇਸ ਵਾਰੀ ਪਿਛਲੇ ਸਾਲ ਦੇ ਨਾਲੋਂ 1 ਘੰਟਾ ਵੱਧ 6 ਵਜੇ ਤੱਕ ਵੋਟਾਂ ਪਈਆਂ। ਚੋਣ ਕਮਿਸ਼ਨ ਦੇ ਵੱਲੋਂ ਅਧਿਕਾਰਿਤ ਤੌਰ ਤੇ ਦਿੱਤੀ ਜਾਣਕਾਰੀ ਦੇ ਮੁਤਾਬਿਕ 12 ਵਜੇ ਤੱਕ 17.70% ਦੀ ਪੋਲਿੰਗ ਹੋਈ। ਉਸ ਤੋਂ ਬਾਅਦ 3 ਵਜੇ ਤੱਕ ਲੋਕ ਤੇਜ਼ੀ ਨਾਲ ਘਰਾਂ ਤੋਂ ਬਾਹਰ ਆਏ ਤੇ ਵੋਟ ਫੀਸਦ 2 ਘੰਟਿਆਂ ਦੇ ਵਿੱਚ ਹੀ 49.81% ਨੂੰ ਪਹੁੰਚ ਗਈ ਸੀ। ਵੋਟਾਂ ਨਿਰਵਿਘਨ ਸਿਰੇ ਚੜਾਉਣ ਦੇ ਲਈ 24,740 ਪੋਲਿੰਗ ਬੂਥ ਬਣਾਏ ਗਏ। ਇਹਨਾਂ ਦੇ ਵਿੱਚੋਂ 2013 ਸੰਵੇਦਨਸ਼ੀਲ ਬੂਥ ਅਤੇ 196 ਪਿੰਕ ਪੋਲਿੰਗ ਬੂਥ ਬਣਾਏ ਗਏ, ਜਿੱਥੇ ਸਾਰੀਆਂ ਬੀਬੀਆਂ ਹੀ ਡਿਊਟੀ ਦੇ ਰਹੀਆਂ ਸਨ। ਚੋਣ ਕਮਿਸ਼ਨ ਨੇ ਇਸ ਵਾਰੀ ਪੰਜਾਬ ਤੇ ਬਾਜ ਵਾਲੀ ਅੱਖ ਰੱਖੀ ਹੋਈ ਸੀ। ਸੁਰੱਖਿਆ ਯਕੀਨੀ ਬਣਾਉਣ ਲਈ ਵੱਖ-ਵੱਖ ਥਾਵਾਂ ਤੇ 171 ਨਾਕੇ ਵੀ ਲਾਏ ਗਏ। ਪੰਜਾਬ ਭਰ ਦੇ ਵਿੱਚ ਸਥਾਨਕ ਪੁਲਿਸ ਦੇ ਨਾਲ ਵੱਡੀ ਗਿਣਤੀ ਅਰਧ ਸਰਕਾਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਸੀ। ਪੰਜਾਬ ਦੇ ਮੁੱਖ ਚੋਣ ਆਫਿਸਰ ਕਰੁਣਾ ਰਾਜੂ ਨੇ ਸ਼ਾਂਤਮਈ ਵੋਟਿੰਗ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਸੁਰੱਖਿਆ ਬਲਾਂ, ਚੋਣ ਅਮਲੇ ਤੇ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਵੋਟਿੰਗ ਦਾ ਕੰਮ ਨਿਰਵਿਘਨ ਸਮਾਪਤ ਹੋਇਆ। ਇਸ ਵਾਰੀ 117 ਵਿਧਾਨ ਸਭਾ ਹਲਕਿਆਂ ਦੇ ਲਈ 1304 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਬੰਦ ਹੋ ਗਈ। ਚੋਣ ਲੜਨ ਵਾਲੇ ਉਮੀਦਵਾਰਾਂ ਦੇ ਵਿੱਚੋਂ 1209 ਪੁਰਸ਼, 73 ਔਰਤਾਂ ਤੇ 2 ਕਿੰਨਰ ਸ਼ਾਮਲ ਨੇ। ਨਤੀਜੇ ਦਾ ਐਲਾਨ 10 ਮਾਰਚ ਨੂੰ ਹੋਵੇਗਾ। 2017 ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ 4 ਫਰਵਰੀ ਨੂੰ ਪਈਆਂ ਸੀ, ਜਦਕਿ ਨਤੀਜੇ ਦਾ ਐਲਾਨ 11 ਮਾਰਚ ਨੂੰ ਹੋਇਆ ਸੀ। 5 ਸਾਲ ਪਹਿਲਾਂ ਦੀ ਗੱਲ ਹੈ। ਤੇ 2017 ਦੀਆਂ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ 77 ਸੀਟਾਂ ਲੈ ਕੇ ਮੋਹਰੀ ਨਿਕਲੀ ਸੀ। ਆਮ ਆਦਮੀ ਪਾਰਟੀ ਨੂੰ 20, ਅਕਾਲੀ ਦਲ ਗੱਠਜੋੜ ਨੂੰ 18 ਤੇ ਲੋਕ ਇਨਸਾਫ ਪਾਰਟੀ ਨੂੰ 2 ਸੀਟਾਂ ਤੇ ਜਿੱਤ ਹਾਸਲ ਹੋਈ ਸੀ। ਅਕਾਲੀ ਦਲ ਗੱਠਜੋੜ ਦੇ ਵਿੱਚ ਉਸ ਵਕਤ ਬੀਜੇਪੀ ਸੀ। ਅਕਾਲੀ ਦਲ ਕੋਲ 15 ਤੇ ਬੀਜੇਪੀ ਨੇ 3 ਸੀਟਾਂ ਜਿੱਤੀਆਂ ਸੀ। ਪਿਛਲੇ ਸਾਲ ਦੀ ਨਿਸਬਤ ਇਸ ਵਾਰੀ ਹਿੰਸਕ ਘਟਨਾਵਾਂ ਤੋਂ ਬਚਾ ਰਿਹਾ। ਇੱਕ ਅੱਧ ਛੋਟੀ-ਮੋਟੀ ਘਟਨਾ ਨੂੰ ਛੱਡ ਕੇ ਕਿਧਰੋਂ ਵੀ ਵੱਡੀ ਹਿੰਸਕ ਵਾਰਦਾਤ ਹੋਣ ਦੀ ਖਬਰ ਨਹੀਂ ਮਿਲੀ। ਇਹਨਾਂ ਵੋਟਾਂ ਦੇ ਵਿੱਚ ਜੋ ਲੋਕ ਸ਼ਾਮਿਲ ਹੋਏ ਸੀ, ਅੱਗੇ ਸਾਰੀਆਂ ਅਪਡੇਟਸ ਤੁਹਾਨੂੰ ਦੱਸਦੇ ਹਾਂ। ਤੇ ਵੋਟਿੰਗ ਦੀਆਂ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਤਾਜ਼ਾ ਤਸਵੀਰਾਂ ਐਤਵਾਰ ਦੇ ਦਿਨ ਦੀਆਂ, ਉਹ ਤੁਸੀਂ ਦੇਖ ਸਕਦੇ ਹੋ। ਤੇ ਪੰਜਾਬ ਦੇ ਵਿੱਚ ਵੋਟਾਂ ਦਾ ਨਿਬੇੜਾ ਹੋਣ ਤੋਂ ਬਾਅਦ 21 ਫਰਵਰੀ ਨੂੰ ਪੰਜਾਬ ਦੇ ਵਿੱਚ ਉਹਨਾਂ ਮੁਲਾਜ਼ਮਾਂ ਦੇ ਲਈ ਛੁੱਟੀ ਦਾ ਐਲਾਨ ਕੀਤਾ ਹੈ ਸਰਕਾਰ ਨੇ, ਜਿਨ੍ਹਾਂ ਦੀ ਚੋਣਾਂ ਦੇ ਵਿੱਚ ਡਿਊਟੀ ਲੱਗੀ ਸੀ। ਚੋਣ ਅਮਲਾ ਜਿਹੜਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟ੍ਰੇਨਿੰਗ ਲੈ ਰਿਹਾ ਸੀ, ਫਿਰ ਸ਼ਨੀਚਰਵਾਰ ਨੂੰ ਪੋਲਿੰਗ ਪਾਰਟੀਆਂ ਆਪੋ ਆਪਣੇ ਡਿਊਟੀ ਵਾਲੇ ਥਾਵਾਂ ਤੇ ਪਹੁੰਚ ਗਈਆਂ ਸੀ। ਉਹਨਾਂ ਨੂੰ ਸੋਮਵਾਰ ਨੂੰ ਛੁੱਟੀ ਰਹੇਗੀ। ਇਹ ਹੁਕਮ ਵਧੀਕ ਮੁੱਖ ਚੋਣ ਅਫਸਰ ਬੀ ਨਿਵਾਸ ਨੇ ਜਾਰੀ ਕੀਤੇ ਨੇ।
ਤੇ ਵੋਟਾਂ ਦੀਆਂ ਹੋਰ ਅਪਡੇਟਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜੇ-ਕਿਹੜੇ ਵੱਡੇ ਦਿਗਗਜਾਂ ਨੇ ਵੋਟਾਂ ਪਾਈਆਂ ਸੀ। ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪੰਜਾਬ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਵਿਕਰਮ ਸਿੰਘ ਮਜੀਠੀਆ, ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਹੁਣ ਜਾਂ ਫਿਰ ਬੀਬੀ ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਕਾਂਗਰਸ MP ਮਹਾਰਾਣੀ ਪ੍ਰਨੀਤ ਕੌਰ, ਇਹਨਾਂ ਸਭ ਨੇ ਆਪਣੀ ਵੋਟ ਕਾਸਟ ਕੀਤੀ। ਭਗਵੰਤ ਮਾਨ ਨੇ ਵੋਟਾਂ ਪਾਈਆਂ ਤੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਸਾਰੇ ਘਰਾਂ ਚੋਂ ਬਾਹਰ ਨਿਕਲੋ ਤੇ ਵੋਟਾਂ ਪਾਓ। ਮੁੱਖ ਮੰਤਰੀ ਦੇ ਚਿਹਰੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਵੋਟ ਪਾਉਣ ਤੋਂ ਬਾਅਦ। ਹਾਲਾਂਕਿ ਆਪਣੇ ਹਲਕੇ ਦੇ ਵਿੱਚ ਵੋਟ ਨਹੀਂ ਪਾ ਸਕੇ, ਇਹਨਾਂ ਦੀ ਵੋਟ ਮੋਹਾਲੀ ਦੇ ਵਿੱਚ ਬਣੀ ਹੋਈ ਹੈ ਤੇ ਚੋਣ ਲੜ ਰਹੇ ਨੇ ਧੂਰੀ ਤੋਂ। ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਨਾ ਭਦੌੜ ਦੇ ਵਿੱਚ ਆਪਦੇ ਆਪ ਨੂੰ ਵੋਟ ਪਾ ਸਕੇ ਤੇ ਨਾ ਹੀ ਚਮਕੌਰ ਸਾਹਿਬ ਦੇ ਵਿੱਚ, ਇਹਨਾਂ ਦੀ ਵੋਟ ਖਰੜ ਦੇ ਵਿੱਚ ਬਣੀ ਹੋਈ ਹੈ। ਇਸੇ ਤਰ੍ਹਾਂ ਹੋਰ ਸਿਆਸੀ ਹਸਤੀਆਂ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਸ਼ਮਸ਼ੇਰ ਸਿੰਘ ਦੁੱਲੋ, ਅਸ਼ਵਨੀ ਸ਼ਰਮਾ, ਰਵਨੀਤ ਬਿੱਟੂ ਸਮੇਤ ਹੋਰ ਸਾਰੇ ਸਿਆਸੀ ਲੀਡਰਾਂ ਨੇ ਆਪੋ ਆਪਣੇ ਹਲਕੇ ਦੇ ਵਿੱਚ ਵੋਟਾਂ ਪਾਈਆਂ। ਸ਼ਨੀਚਰਵਾਰ ਤੱਕ ਵੋਟਰਾਂ ਨੂੰ ਭਗਵਾਨ ਮੰਨਣ ਵਾਲੇ ਸਿਆਸੀ ਲੀਡਰਾਂ ਨੇ ਧਾਰਮਿਕ ਸਥਾਨਾਂ ਤੇ ਮੱਥੇ ਟੇਕ ਕੇ ਜਿੱਤ ਦੇ ਲਈ ਗੋਡੇ ਰਗੜੇ। ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਦੇ ਵਿੱਚ ਚੋਣ ਬੂਥ 125 ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਇਹਨਾਂ ਦੀ ਵੱਡੀ ਧੀ ਨੇ ਵੀ ਵੋਟਾਂ ਪਾਈਆਂ ਨੇ। ਸਭ ਦੀ ਵੋਟ ਲੰਬੀ ਹਲਕੇ ਦੇ ਵਿੱਚ ਬਣੀ ਹੋਈ ਹੈ। ਸੁਖਬੀਰ ਬਾਦਲ ਵੀ ਆਪਣੇ ਆਪ ਨੂੰ ਜਲਾਲਾਬਾਦ ਦੇ ਵਿੱਚ ਵੋਟ ਨਹੀਂ ਪਾ ਸਕੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੇ। ਇਹਨਾਂ ਨੇ ਕਿਹਾ ਕਿ ਇਸ ਵਾਰ ਦੀ ਲੜਾਈ ਧਰਮ ਯੁੱਧ ਦੀ ਲੜਾਈ ਹੈ। ਵੋਟਾਂ ਪਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ। ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੇ ਵੀ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲ ਦਾ ਨਿਸ਼ਾਨ ਦਿਖਾਇਆ। ਬਲਵੀਰ ਸਿੰਘ ਰਾਜੇਵਾਲ ਨੇ ਵੀ ਵੋਟ ਪਾਈ ਤੇ ਉਸ ਤੋਂ ਬਾਅਦ ਟਵੀਟ ਕੀਤਾ ਕਿ ਮੇਰੀ ਵੋਟ ਹਰ ਕਿਸਮ ਦੇ ਮਾਫੀਏ ਦੇ ਵਿਰੁੱਧ ਹੈ। ਤੁਸੀਂ ਵੀ ਘਰਾਂ ਤੋਂ ਬਾਹਰ ਆਓ, ਵੋਟਾਂ ਪਾਓ। ਅਮਰਗੜ੍ਹ ਹਲਕਾ ਹੌਟ ਸੀਟ ਬਣਿਆ ਹੋਇਆ ਪੰਜਾਬ ਦੀ। ਇੱਥੋਂ ਸਿਮਰਨਜੀਤ ਸਿੰਘ ਮਾਨ ਚੋਣਾਂ ਲੜ ਰਹੇ ਨੇ ਅਤੇ ਮਾਨ ਨੂੰ ਜਿਤਾਉਣ ਦੇ ਲਈ ਕਈ ਜਿੱਥੇ ਪੰਜਾਬੀ ਕਲਾਕਾਰ ਨਿਤਰੇ ਹੋਏ ਨੇ ਉੱਥੇ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਸ ਵਾਰੀ ਮਾਨ ਦੇ ਹੱਕ ਵਿੱਚ ਵੋਟਾਂ ਪਾ ਰਹੇ ਸੀ। ਲੱਖਾ ਸਿਧਾਣਾ ਦੇ ਹਲਕੇ ਦੇ ਵਿੱਚ ਵੀ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦਿਖਿਆ। ਮੌੜ ਹਲਕੇ ਦੇ ਵਿੱਚ ਵੀ ਲੱਖਾ ਸਿਧਾਣਾ ਦੇ ਹੱਕ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਤੇ ਹੋਰਨਾਂ ਨੂੰ ਵੋਟਾਂ ਪਾਉਣ ਦੇ ਲਈ ਉਤਸ਼ਾਹਿਤ ਕੀਤਾ। ਸੁਖਪਾਲ ਸਿੰਘ ਖਹਿਰਾ ਨੇ ਹਲਕਾ ਭੁਲੱਥ ਤੋਂ ਵੋਟ ਪਾਉਣ ਤੋਂ ਬਾਅਦ ਲੋਕਾਂ ਦੇ ਇਕੱਠ ਵਿੱਚ ਖੜੇ ਹੋ ਕੇ ਕਿਹਾ ਕਿ ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ। ਸੋ ਇਹ ਸਾਰੀਆਂ ਤਸਵੀਰਾਂ ਵੱਡੇ ਦਿਗਗਜਾਂ ਦੀਆਂ ਤੁਸੀਂ ਦੇਖ ਸਕਦੇ ਹੋ ਅਤੇ ਕੁਝ ਲੀਡਰਾਂ ਨੇ ਜਿਹੜੇ ਆਪਣੇ ਬਿਆਨ ਵੀ ਜਾਰੀ ਕੀਤੇ ਨੇ। ਭਗਵੰਤ ਮਾਨ ਉਹ ਮੋਹਾਲੀ ਦੇ ਵਿੱਚ ਵੋਟ ਪਾਉਣ ਤੋਂ ਬਾਅਦ ਆਪਣੇ ਹਲਕੇ ਦੇ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਬਿਨਾਂ ਦਬਾਅ, ਬਿਨਾਂ ਲਾਲਚ ਤੋਂ ਵੋਟਾਂ ਪਾਉਣ ਦੇ ਲਈ ਕਿਹਾ। ਇਹਨਾਂ ਖੇਤਾਂ ਚੋਂ ਨਿਕਲੇ ਹੋਏ ਆ। ਇਹਨਾਂ ਖੇਤ ਪੰਜਾਬ ਦੇ ਖੇਤ ਬਚਾਉਣੇ ਨੇ, ਲਾਹੇਵੰਦ ਧੰਦਾ ਬਣਾਉਣਾ। ਸਾਰਾ ਪੰਜਾਬ ਜਿੱਧਰ ਮਰਜ਼ੀ ਨਿਗਾਹ ਮਾਰੋ, ਹਰਿਆਲੀ ਹਰਿਆਲੀ ਹਰਿਆਲੀ। ਇੱਥੋਂ ਦੇ ਲੋਕ ਭੁੱਖੇ ਨਹੀਂ ਮਰ ਸਕਦੇ, ਇੱਥੋਂ ਦੇ ਲੋਕ ਖੁਦਕੁਸ਼ੀ ਨਹੀਂ ਕਰ ਸਕਦੇ। ਕੋਈ ਨਾ ਕੋਈ ਲੀਡਰਸ਼ਿਪ ਦੀ ਕਮੀ ਹੈ, ਉਹ ਐਤਕੀ ਪੂਰੀ ਕਰਾਂਗੇ। ਤੇ ਢਾਹ ਵਾਲੇ ਖੇਤ ਜਾ ਕੇ ਬੜਾ ਅੱਛਾ ਲੱਗ ਰਿਹਾ। ਸੋ ਵੱਖ-ਵੱਖ ਥਾਵਾਂ ਤੇ ਜਿਹੜੀਆਂ EVM ਮਸ਼ੀਨਾਂ ਨੇ ਉਹਨਾਂ ਦੇ ਖਰਾਬ ਹੋਣ ਦੀਆਂ ਖਬਰਾਂ ਵੀ ਮਿਲੀਆਂ। ਜਲੰਧਰ ਦੇ ਬਸਤੀ 9 ਦੇ ਵਿੱਚ ਬਣਾਏ ਗਏ ਬੂਥ ਨੰਬਰ 6 ਦੇ ਵਿੱਚ ਵੋਟਾਂ ਸ਼ੁਰੂ ਹੁੰਦੇ ਹੀ EVM ਮਸ਼ੀਨ ਖਰਾਬ ਹੋ ਗਈ ਸੀ। ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਦੇ ਬੂਥ ਨੰਬਰ 58 ਦੀ EVM ਖਰਾਬ ਹੋਣ ਕਾਰਨ ਵੋਟਾਂ ਪੈਣ ਦਾ ਕੰਮ ਰੁਕ ਗਿਆ ਸੀ। ਇਸੇ ਤਰ੍ਹਾਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸਿੱਧੂ ਨੂੰ ਵੀ ਵੋਟ ਪਾਉਣ ਦੇ ਲਈ ਇੰਤਜ਼ਾਰ ਕਰਨਾ ਪਿਆ। ਵਿਧਾਨ ਸਭਾ ਹਲਕਾ ਲਹਿਰਾ ਗਾਗਾ ਅੰਦਰ ਮਾਰਕੀਟ ਕਮੇਟੀ ਵਿੱਚ ਬਣੇ ਪੋਲਿੰਗ ਬੂਥ ਨੰਬਰ 31 ਅਤੇ ਪੋਲਿੰਗ ਬੂਥ 38 ਦੇ ਵਿੱਚ EVM ਮਸ਼ੀਨ ਖਰਾਬ ਹੋਣ ਕਾਰਨ 1.5 ਘੰਟੇ ਤੱਕ VOTING ਹੈ ਜਿਹੜੀ ਉਹ ਬੰਦ ਰਹੀ। ਸੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਵੀ ਵੱਖ-ਵੱਖ ਥਾਵਾਂ ਤੋਂ ਆਈਆਂ। ਇਸੇ ਤਰ੍ਹਾਂ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ, ਉਹਨਾਂ ਨੇ ਵੀ ਚੋਣ ਕਮਿਸ਼ਨ ਨੂੰ ਕੁਝ ਸ਼ਿਕਾਇਤਾਂ ਕੀਤੀਆਂ। ਟਵੀਟ ਕੀਤਾ ਰਾਘਵ ਚੱਡਾ ਨੇ, ਸ਼ਿਕਾਇਤ ਕਰਕੇ ਉਹਨਾਂ ਨੇ ਦੱਸਿਆ ਕੁਝ ਹਲਕੇ ਦੇ ਪੋਲਿੰਗ ਬੂਥਾਂ ਦਾ ਹਾਲ ਜਿੱਥੇ ਕਿਸੇ ਵਿਰੋਧੀ ਧਿਰ ਦਾ ਜਿਹੜਾ ਉਮੀਦਵਾਰ ਸੀ ਉਹ EVM ਮਸ਼ੀਨ ਦੇ ਸਾਹਮਣੇ ਹੀ ਕੁਰਸੀ ਢਾ ਕੇ ਬੈਠਾ ਸੀ ਜਿੱਥੋਂ ਉਸਨੂੰ ਮਸ਼ੀਨ ਦਿਖਾਈ ਦੇ ਰਹੀ ਸੀ ਤੇ ਪੋਲਿੰਗ ਬੂਥਾਂ ਤੇ ਕੁਝ ਮਸ਼ੀਨਾਂ ਖਰਾਬ ਹੋਣ ਦੀ ਜਾਣਕਾਰੀ ਵੀ ਇਹਨਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਅਤੇ ਕਾਰਵਾਈ ਦੀ ਅਪੀਲ ਵੀ ਕੀਤੀ ਗਈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ ਇਹਨਾਂ ਵੋਟਾਂ ਦੇ ਦਰਮਿਆਨ ਹਿੰਸਾ ਕਿੱਥੇ-ਕਿੱਥੇ ਹੋਈ ਹੈ। ਪੰਜਾਬ ਦੇ ਵਿੱਚ ਉਂਝ ਤਾਂ ਜਿਵੇਂ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਵੋਟਾਂ ਅਮਨ ਅਮਾਨ ਦੇ ਨਾਲ ਨੇਪਰੇ ਚੜੀਆਂ ਨੇ। ਜੋ ਅਸੀਂ ਕਹਿੰਦੇ ਅਹਿਦ ਲਿਆ ਸੀ ਉਸ ਦੇ ਮੁਤਾਬਿਕ ਸ਼ਾਂਤੀਪੂਰਵਕ VOTING ਸੰਪੰਨ ਹੋਈ ਹੈ, ਪਰ ਫਿਰ ਵੀ ਕਈ ਥਾਵਾਂ ਤੇ ਹਿੰਸਾ ਦੀਆਂ ਖਬਰਾਂ ਆਈਆਂ ਨੇ। ਸਭ ਤੋਂ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਬੀਜੇਪੀ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਵਿੱਚ ਤਿੱਖੀ ਝੜਪ ਦੀ ਖਬਰ ਮਿਲੀ। ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ PA ਤੇ ਹਮਲਾ ਹੋਣ ਦੀ ਜਾਣਕਾਰੀ ਮਿਲੀ। ਰਾਣਾ ਸੋਢੀ ਨੇ ਕਾਂਗਰਸ ਦੇ ਉਮੀਦਵਾਰ ਪਰਮਿੰਦਰ ਪਿੰਕੀ ਅਤੇ ਉਸਦੇ ਸਮਰਥਕਾਂ ਪਿੰਕੀ ਦੇ ਸਮਰਥਕਾਂ ਦੇ ਵੱਲੋਂ ਕੁੱਟਮਾਰ ਦਾ ਦੋਸ਼ ਲਾਇਆ। ਪਠਾਨਕੋਟ ਦੇ ਵਿੱਚ ਬੀਜੇਪੀ ਤੇ ਕਾਂਗਰਸੀ ਵਰਕਰ ਆਪਸ ਦੇ ਵਿੱਚ ਉਲਝ ਗਏ ਸੀ। ਇੱਥੇ ਅਸ਼ਵਨੀ ਸ਼ਰਮਾ ਦੇ ਨਾਲ ਕਾਂਗਰਸੀ ਵਰਕਰਾਂ ਦਾ ਤਕਰਾਰ ਹੋਇਆ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਵਿੱਚ ਦੋ ਧਿਰਾਂ ਵਿਚਾਲੇ ਝਗੜਾ ਹੋਣ ਦੀ ਖਬਰ ਸਾਹਮਣੇ ਆਈ। ਅਕਾਲੀ ਦਲ ਦੇ ਉਮੀਦਵਾਰ ਸੰਨੀ ਢਿੱਲੋਂ ਦੇ ਭਰਾ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ। ਰਾਜਾ ਵੜਿੰਗ ਦੇ PA ਤੇ ਵੀ ਕੋਟ ਭਾਈ ਥਾਣੇ ਦੇ ਵਿੱਚ ਮਾਮਲਾ ਦਰਜ ਹੋਇਆ। ਰਾਜਾ ਵੜਿੰਗ ਦੇ PA ਵਿਰੁੱਧ ਕੁੱਟਮਾਰ ਤੇ ਡਿਊਟੀ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਮੰਤਰੀ ਦੇ PA ਰਣਧੀਰ ਸਿੰਘ ਅਤੇ ਹੋਰ 3 ਅਣਪਛਾਤੇ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ। ਇਸੇ ਤਰ੍ਹਾਂ ਭਦੌੜ ਹਲਕੇ ਤੋਂ ਖਬਰ ਆਈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। 35 ਸਾਲ ਦਾ ਨੌਜਵਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਹਲਕੇ ਤੋਂ ਵੱਡੀ ਟੱਕਰ ਦੇ ਰਿਹਾ ਹੈ। ਗੱਡੀ ਦੇ ਬੋਨਟ ਤੇ ਇੱਕ ਨੌਜਵਾਨ ਚੜ ਗਿਆ ਸੀ। ਲਾਭ ਸਿੰਘ ਉਗੋਕੇ ਨੇ ਹਮਲਾ ਕਰਨ ਦੇ ਦੋਸ਼ ਲਾਏ। ਮੌਕੇ ਤੇ ਪਹੁੰਚੀ ਪੁਲਿਸ ਨੇ 4 ਜਣਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਲਾਭ ਸਿੰਘ ਨੇ ਜਦੋਂ ਗੱਡੀ ਰੋਕੀ ਤਾਂ ਨੌਜਵਾਨ ਬੋਨਟ ਤੋਂ ਹੇਠਾਂ ਡਿੱਗ ਗਿਆ ਤੇ ਫਿਰ ਉਲਟਾ ਨੌਜਵਾਨ ਨੇ ਲਾਭ ਸਿੰਘ ਤੇ ਇਲਜ਼ਾਮ ਲਾ ਦਿੱਤਾ ਕਿ ਲਾਭ ਸਿੰਘ ਨੇ ਉਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਹਸਪਤਾਲ ਦੇ ਵਿੱਚ ਦਾਖਲ ਹੋ ਗਿਆ। ਮੋਗਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਾਬਕਾ ਅਕਾਲੀ ਮੇਅਰ ਅਕਸ਼ਿਤ ਜੈਨ ਤੇ ਸਾਬਕਾ ਕੌਂਸਲਰ ਅਮਰੀਸ਼ ਕੁਮਾਰ ਬੱਗਾ ਦਰਮਿਆਨ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਗਏ, ਜਿਸ ਤੋਂ ਬਾਅਦ ਨੌਬਤ ਗਾਲਾਂ ਤੱਕ ਪਹੁੰਚ ਗਈ ਸੀ। ਪੁਲਿਸ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰਕੇ ਮਾਹੌਲ ਸ਼ਾਂਤ ਕੀਤਾ ਤੇ ਜਿਹੜੀ ਭਦੌੜ ਹਲਕੇ ਦੇ ਵਿੱਚ ਜੋ ਲਾਭ ਸਿੰਘ ਉਗੋਕੇ ਦੇ ਮਾਮਲੇ ਦੇ ਵਿੱਚ ਹੋਇਆ ਉਸ ਤੇ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧਰਾਮ ਨੇ ਬਿਆਨ ਦਿੱਤਾ। ਬੁੱਧਰਾਮ ਨੇ ਕਿਹਾ ਕਿ ਕਾਂਗਰਸ ਪਾਰਟੀ ਬੁਖਲਾ ਗਈ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਸੀਟ ਤਾਂ ਹਾਰ ਹੀ ਰਹੇ ਨੇ, ਚਮਕੌਰ ਸਾਹਿਬ ਦੀ ਸੀਟ ਵੀ ਹਾਰ ਰਹੇ ਨੇ। ਇਸ ਕਰਕੇ ਘਬਰਾ ਕੇ ਇਹਨਾਂ ਨੇ ਅਜਿਹੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ। ਬੁੱਧਰਾਮ ਨੇ ਇਹ ਬਿਆਨ ਜਾਰੀ ਕੀਤਾ। ਦੇਖੋ ਬਖਲਾਹਟ ਜਾ ਚੁੱਕੇ ਨੇ। ਹਾਰ ਸਾਹਮਣੇ ਮੁੱਖ ਮੰਤਰੀ ਹੈ ਪੰਜਾਬ ਦਾ, ਇੱਕ ਆਮ ਸਧਾਰਨ ਦਲਿਤ ਜਿਹੜਾ ਗਰੀਬ ਘਰ ਦਾ ਮੁੰਡਾ ਸੀ ਉਹ ਤੋਂ ਹਾਰ ਰਿਹਾ। ਉਹ ਹਾਰ ਬਰਦਾਸ਼ਤ ਨਹੀਂ ਹੋ ਰਹੀ, ਹੋਰ ਕੁਝ ਨਹੀਂ। ਕੋਈ ਗੱਲ ਨਹੀਂ, ਕਿੰਨਾ ਕੋ ਬਿਲਕੁਲ ਲਾਭ ਸਿੰਘ ਬਿਲਕੁਲ ਠੀਕ ਹੈ, ਕੋਈ ਪ੍ਰੋਬਲਮ ਨਹੀਂ। ਗੱਡੀ ਦਾ ਥੋੜਾ ਨੁਕਸਾਨ ਹੋਇਆ। ਸੋ ਇਹ ਬਿਲਕੁਲ ਲੋਕ ਦੋਨੇ ਥਾਂ ਤੋਂ ਇਸੇ ਤਰ੍ਹਾਂ ਖਬਰ ਹਿੰਸਾ ਦੀ ਫਿਰੋਜ਼ਪੁਰ ਤੋਂ ਵੀ ਸਾਹਮਣੇ ਆਈ। ਜ਼ੀਰਾ ਹਲਕੇ ਦੇ ਪਿੰਡ ਮੱਲੂਵਾਲਾ ਦੇ ਵਿੱਚ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ। ਕੁਝ ਕਾਂਗਰਸੀ ਵਰਕਰਾਂ ਦੇ ਵੱਲੋਂ ਗੋਲੀ ਚਲਾਏ ਜਾਣ ਦੀ ਖਬਰ ਮਿਲੀ। ਸਰਹੱਦੀ ਪਿੰਡ ਜੱਲੋਕੇ, ਇਹ ਵੀ ਫਿਰੋਜ਼ਪੁਰ ਦਾ ਹੈ ਪਿੰਡ ਜੱਲੋਕੇ, ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਸੁਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਦਾ ਖਾਸ ਵਰਕਰ ਹੈ। ਸੁਰਜੀਤ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਰਕਰਾਂ ਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਦਾ ਬਿਆਨ ਵੀ ਦਿੱਤਾ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਖਬਰ ਆਈ ਜਿੱਥੇ ਭੋਜਰਾਜ ਪਿੰਡ ਦੇ ਵਿੱਚ ਰਵਿਦਾਸ ਮੰਦਿਰ ਦੇ ਪੁਜਾਰੀ ਥੁੜੂ ਰਾਮ ਦੀ ਐਤਵਾਰ ਸਵੇਰੇ 6 ਵਜੇ ਦੇ ਕਰੀਬ ਅਣਪਛਾਤੇ ਲੋਕਾਂ ਨੇ ਸਿਰ 'ਚ ਲੋਹੇ ਦੀਆਂ ਰਾਡਾਂ ਮਾਰ ਕੇ ਹੱਤਿਆ ਕਰ ਦਿੱਤੀ। SSP ਗੁਰਦਾਸਪੁਰ ਦੇ ਜਿਹੜੇ ਨਾਨਕ ਸਿੰਘ ਅਤੇ DC ਮੁਹੰਮਦ ਇਸ਼ਫਾਕ ਘਟਨਾ ਵਾਲੀ ਥਾਂ ਤੇ ਪੁੱਜੇ ਤੇ ਰਵਿਦਾਸ ਭਵਨ ਦੇ ਪੁਜਾਰੀ ਦਾ ਕਤਲ ਹੋਣ ਤੋਂ ਬਾਅਦ ਪਿੰਡ ਭੋਜਰਾਜ ਦੇ ਵੋਟਰਾਂ ਨੇ VOTING ਬੰਦ ਕਰ ਦਿੱਤੀ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦਾ ਪਿੰਡ ਹੈ ਤੇ ਪਿੰਡ ਵਾਸੀਆਂ ਨੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਕਾਤਲਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਵੋਟਾਂ ਨਹੀਂ ਪਾਉਣਗੇ। ਇਸ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਗੁਰੂ ਰਵਿਦਾਸ ਭਵਨ ਦੇ ਅਹੁਦੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਤੜਕਸਾਰ ਜਦੋਂ ਪੁਜਾਰੀ ਮੰਦਿਰ ਦੇ ਵਿੱਚ ਪੂਜਾ ਕਰ ਰਿਹਾ ਸੀ 6 ਵਜੇ ਤਾਂ ਕੁਝ ਅਣਪਛਾਤੇ ਲੋਕ ਮੰਦਿਰ ਦੇ ਵਿੱਚ ਆਏ ਤੇ ਰਾਡਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਜਿਹੜਾ ਪੁਜਾਰੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ DC ਨੇ ਪਿੰਡ ਦੇ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਵੀ ਹਿੰਸਾ ਦੀ ਖਬਰ ਆਈ ਜਿੱਥੇ ਬੂਥ ਨੰਬਰ 62 ਅਤੇ 63 ਤੇ ਹੰਗਾਮਾ ਉਸ ਵਕਤ ਹੋ ਗਿਆ ਜਦੋਂ ਦੋ ਗੁੱਟ ਆਪਸ ਦੇ ਵਿੱਚ ਭਿੜ ਗਏ। ਪੁਲਿਸ ਮੂਕ ਦਰਸ਼ਕ ਬਣ ਕੇ ਇੱਥੇ ਵੇਖਦੀ ਰਹੀ। ਕੁਝ ਮਿੰਟਾਂ ਵਿੱਚ ਹੀ ਪੁਲਿਸ ਛਾਉਣੀ ਦੇ ਵਿੱਚ ਇਸ ਬੂਥ ਨੂੰ ਤਬਦੀਲ ਵੀ ਕਰ ਦਿੱਤਾ ਗਿਆ, ਪਰ ਦੋ ਗੁੱਟ ਆਪਸ ਦੇ ਵਿੱਚ ਭਿੜਦਿਆਂ ਨੂੰ ਪੁਲਿਸ ਉੱਥੇ ਖੜੀ ਦੇਖਦੀ ਰਹੀ।
ਇਸੇ ਤਰ੍ਹਾਂ ਦੀ ਖਬਰ ਮੌਜੂਦਾ ਵਿਧਾਇਕ ਤੇ ਸਮਰਾਲਾ ਦੇ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦੇ ਖਿਲਾਫ ਪੈਸੇ ਲੈ ਕੇ ਵੋਟਾਂ ਖਰੀਦਣ ਦੀ ਆਈ। ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਇਹ ਇਲਜ਼ਾਮ ਲਾਏ। ਅਮਰੀਕ ਸਿੰਘ ਢਿੱਲੋਂ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਤੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਇੱਥੇ ਮਾਹੌਲ ਤਣਾਅਪੂਰਨ ਬਣ ਗਿਆ ਸੀ। ਪੁਲਿਸ ਨੇ ਅਕਾਲੀ ਉਮੀਦਵਾਰ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਲਈ ਕਿਹਾ। ਅਮਰੀਕ ਢਿੱਲੋਂ ਦੇ ਦਫ਼ਤਰ ਦੀ ਤਲਾਸ਼ੀ ਵੀ ਲਈ ਗਈ ਤੇ ਸਮਰਾਲਾ ਉਹੀ ਹਲਕਾ ਹੈ ਜਿੱਥੋਂ ਸੰਯੁਕਤ ਸਮਾਜ ਮੋਰਚੇ ਦੇ ਸੀਐਮ ਚਿਹਰੇ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਚੋਣਾਂ ਲੜ ਰਹੇ ਨੇ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਇੱਕ ਖਬਰ ਆਈ ਵੋਟਾਂ ਵਾਲੇ ਦਿਨ ਜਦੋਂ ਥਾਣਾ ਰਾਮਬਾਗ ਹੇਠ ਆਉਂਦੇ ਇਲਾਕੇ ਚਿਤਰਾ ਸਿਨੇਮਾ ਦੇ ਕੋਲ ਤੜਕੇ ਦੋ ਨੌਜਵਾਨਾਂ ਦੀ ਤੇਜ਼ ਧਾਰ ਹਥਿਆਰਾਂ ਦੇ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਸ਼ਨਾਖਤ ਰਿਸ਼ਭ ਵਾਸੀ ਕਾਠੀਆਂ ਵਾਲਾ ਬਾਜ਼ਾਰ ਅਤੇ ਜਗਦੀਸ਼ ਵਾਸੀ ਖੂਹ ਬੰਬੇ ਵਾਲਾ ਦੇ ਵਜੋਂ ਹੋਈ। ਇਹ ਹਮਲਾ 3 ਲੁਟੇਰਿਆਂ ਦੇ ਵੱਲੋਂ ਇਹਨਾਂ ਨੂੰ ਲੁੱਟਣ ਦੇ ਇਰਾਦੇ ਨਾਲ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਸੀ। ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਨੌਜਵਾਨ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਜਿਸ ਦਾ ਨਾਮ ਦੀਕਸ਼ਤ ਸ਼ਰਮਾ ਦੱਸਿਆ ਗਿਆ। ਪੁਲਿਸ ਨੂੰ ਉਹਨੇ ਦੱਸਿਆ ਕਿ ਰਿਸ਼ਭ ਦੀ ਤਬੀਅਤ ਠੀਕ ਨਹੀਂ ਸੀ, ਤੜਕੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾ ਰਹੇ ਸੀ। ਇਸ ਦਰਮਿਆਨ ਚਿਤਰਾ ਸਿਨੇਮਾ ਦੇ ਨੇੜੇ 3 ਜਣਿਆਂ ਨੇ ਇਹਨਾਂ ਨੂੰ ਰੋਕਿਆ, ਮੋਟਰਸਾਈਕਲ ਖੋਹਣ ਦਾ ਯਤਨ ਕੀਤਾ। ਜਦੋਂ ਇਹਨਾਂ ਨੇ ਨੌਜਵਾਨਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। 27 ਸਾਲ ਦਾ ਰਿਸ਼ਭ ਤੇ 32 ਸਾਲ ਦਾ ਜਗਦੀਸ਼ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਹਸਪਤਾਲ ਲਿਜਾਣ ਤੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਵੋਟਾਂ ਦੇ ਦਿਨ ਸ਼ਹਿਰ ਦੇ ਵਿੱਚ ਸੁਰੱਖਿਆ ਪ੍ਰਬੰਧ ਬੜੇ ਸਖਤ ਹੁੰਦੇ ਨੇ, ਬਾਵਜੂਦ ਇਸ ਦੇ ਅਜਿਹੀ ਜਿਹੜੀ ਅਪਰਾਧ ਦੀ ਘਟਨਾ ਵਾਪਰੀ ਹੈ। ਸੋ ਇਹ ਸਾਰੀਆਂ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਵੋਟਾਂ ਵਾਲੇ ਦਿਨ ਐਤਵਾਰ ਦੀਆਂ ਹਿੰਸਾ ਦੀਆਂ ਖਬਰਾਂ ਨੇ। ਹਾਲਾਂਕਿ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਅਮਨ ਅਮਾਨ ਦੇ ਨਾਲ ਨੇਪਰੇ ਚੜੀਆਂ ਨੇ। ਹੁਣ ਤੁਹਾਨੂੰ ਕੁਝ ਹੌਟ ਸੀਟਾਂ ਦੀ ਜਾਣਕਾਰੀ ਦੇ ਦਿੰਨੇ ਆ। ਅੰਮ੍ਰਿਤਸਰ ਪੂਰਬੀ ਸਮੇਤ ਗਿੱਦੜਬਾਹਾ, ਅਮਰਗੜ੍ਹ, ਲੰਬੀ, ਚਮਕੌਰ ਸਾਹਿਬ ਅਤੇ ਧੂਰੀ ਇੱਥੇ 5 ਵਜੇ ਤੱਕ ਦੀ VOTING ਫੀਸਦ ਅਸੀਂ ਇਕੱਠੀ ਕੀਤੀ। ਇੱਥੋਂ ਦੀ ਫੀਸਦ ਤੁਹਾਨੂੰ ਦੱਸ ਦਿੰਨੇ ਆ। ਅੰਮ੍ਰਿਤਸਰ ਪੂਰਬੀ ਦੇ ਵਿੱਚ ਸ਼ਾਮ ਨੂੰ 5 ਵਜੇ ਤੱਕ 53% ਦੀ VOTING ਹੋਈ। ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਇੱਥੋਂ ਉਮੀਦਵਾਰ ਨੇ। ਧੂਰੀ ਜਿੱਥੇ ਭਗਵੰਤ ਮਾਨ ਉਮੀਦਵਾਰ ਨੇ ਤੇ ਗੋਲਡੀ ਕਾਂਗਰਸ ਦੇ ਗੋਲਡੀ ਟੱਕਰ ਦੇ ਰਹੇ ਨੇ, ਉੱਥੇ 5 ਵਜੇ ਤੱਕ 68% ਦੀ VOTING ਦਰਜ ਕੀਤੀ ਗਈ। ਚਮਕੌਰ ਸਾਹਿਬ ਵਿਖੇ 68% ਦੀ, ਪੱਧੌੜ ਦੇ ਵਿੱਚ 71.3% ਦੀ ਵੋਟਾਂ ਪਈਆਂ ਨੇ। ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਉਮੀਦਵਾਰ ਨੇ, ਫਸਵੀਂ ਟੱਕਰ ਹੈ ਇੱਥੇ ਵੀ ਵੋਟ ਫੀਸਦ ਚੰਗੀ ਦਰਜ ਕੀਤੀ ਗਈ। ਲੰਬੀ ਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਰਹੇ ਨੇ, 72.4% ਦੀ ਅਤੇ ਜਲਾਲਾਬਾਦ ਦੇ ਵਿੱਚ 71.5% ਦੀ VOTING ਦਰਜ ਕੀਤੀ ਗਈ। ਇਹਨਾਂ ਦੋਨਾਂ ਹਲਕਿਆਂ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਜਲਾਲਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਮੀਦਵਾਰ ਨੇ। ਅਮਰਗੜ੍ਹ ਦੇ ਵਿੱਚ ਵੀ ਰਿਕਾਰਡ VOTING ਦਰਜ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਜਿੱਥੇ ਉਮੀਦਵਾਰ ਨੇ, ਉੱਥੇ 72.8% ਦੀ VOTING ਦਰਜ ਕੀਤੀ ਗਈ ਸ਼ਾਮ 5 ਵਜੇ ਤੱਕ। ਗਿੱਦੜਬਾਹਾ ਸੀਟ ਤੇ 77.8% ਦੀ ਵੋਟਾਂ ਪਈਆਂ। ਪਟਿਆਲਾ ਦੇ ਵਿੱਚ 60 ਤੋਂ ਵੀ ਘੱਟ 59.5% ਦੀ VOTING ਹੋਈ ਸ਼ਾਮ ਨੂੰ 5 ਵਜੇ ਤੱਕ। ਪੰਜਾਬ 'ਚ ਵੋਟਾਂ ਵਾਲੇ ਦਿਨ ਹੁਣ ਅਸੀਂ ਤੁਹਾਨੂੰ ਰੰਗ ਬਰੰਗੇ ਪੋਲਿੰਗ ਬੂਥਾਂ ਦੀਆਂ ਤਸਵੀਰਾਂ ਦਿਖਾਉਣੇ ਹਾਂ। ਪੰਜਾਬ ਦੇ ਵਿੱਚ ਐਤਕੀ ਚੋਣ ਕਮਿਸ਼ਨ ਨੇ ਇੱਕ ਵੱਖਰਾ ਕਦਮ ਚੁੱਕਿਆ ਹੈ। ਪਿੰਕ ਪੋਲਿੰਗ ਬੂਥ ਬਣਾਏ ਗਏ, ਇਸ ਦੇ ਨਾਲ ਹੀ ਮਾਡਲ ਪੋਲਿੰਗ ਬੂਥ ਵੀ ਬਣਾਏ ਗਏ। ਪਿੰਕ ਪੋਲਿੰਗ ਬੂਥ ਵਧੇਰੇ ਖਿੱਚ ਦਾ ਕੇਂਦਰ ਬਣੇ ਕਿਉਂਕਿ ਇਹਨਾਂ ਬੂਥਾਂ ਦੀ ਕਮਾਂਡ ਮਹਿਲਾ ਸਟਾਫ ਦੇ ਹੱਥ ਦਿੱਤੀ ਗਈ ਸੀ। ਸਾਰਾ ਜਿਹੜਾ ਕੰਮ ਕਰਨ ਦਾ ਜ਼ਿੰਮਾ ਉਹ ਮਹਿਲਾ ਮੁਲਾਜ਼ਮਾਂ ਨੂੰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਮਾਡਲ ਪੋਲਿੰਗ ਬੂਥ ਜਿਹੜੇ ਬਣਾਏ ਗਏ ਉੱਥੇ ਵੋਟਰਾਂ ਦਾ ਖਾਸ ਖਿਆਲ ਰੱਖਿਆ ਗਿਆ। ਬਹੁਤ ਸਾਰੇ ਬੂਥਾਂ ਤੇ ਵੋਟਾਂ ਪਾਉਣ ਆਏ ਵੋਟਰਾਂ ਦਾ ਸਵਾਗਤ ਕੀਤਾ ਗਿਆ। ਫੁੱਲਾਂ ਦੇ ਹਾਰ ਗਲਾਂ ਦੇ ਵਿੱਚ ਪਾਏ ਗਏ, ਫੁੱਲਾਂ ਦੀ ਵਰਖਾ ਵੀ ਕੀਤੀ ਗਈ, ਢੋਲ ਵਜਾ ਕੇ ਸਵਾਗਤ ਕੀਤਾ ਗਿਆ। ਅਤੇ ਇਹਨਾਂ ਮਾਡਲ ਪੋਲਿੰਗ ਬੂਥਾਂ ਦੇ ਵਿੱਚ ਲੋਕਾਂ ਦੇ ਬੈਠਣ ਦੇ ਲਈ ਕਿ ਲਾਈਨਾਂ ਦੇ ਵਿੱਚ ਜ਼ਿਆਦਾ ਟਾਈਮ ਨਾ ਖੜਨਾ ਪਵੇ, ਛਾਵੇਂ ਬੈਠਣ ਦਾ ਪ੍ਰਬੰਧ ਕੀਤਾ ਗਿਆ ਤੇ ਵੇਟਿੰਗ ਰੂਮ ਬਣਾਏ ਗਏ ਅਤੇ ਲੋਕਾਂ ਦੇ ਲਈ ਚਾਹ ਪਾਣੀ ਕੌਫੀ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਬਹੁਤ ਸਾਰੇ ਪੋਲਿੰਗ ਬੂਥਾਂ ਦੇ ਉੱਤੇ ਕ੍ਰੈਚ ਦਾ ਪ੍ਰਬੰਧ ਵੀ ਕੀਤਾ ਗਿਆ। ਉਹਨਾਂ ਨਿਆਣਿਆਂ ਦੇ ਲਈ ਜਿਨ੍ਹਾਂ ਦੇ ਮਾਪੇ ਵੋਟ ਪਾਉਣ ਆਏ ਤੇ ਉਹਨਾਂ ਨੂੰ VOTING ਦੇ ਲਈ ਲਾਈਨਾਂ ਦੇ ਵਿੱਚ ਖੜ ਕੇ ਉਡੀਕ ਕਰਨੀ ਪਈ ਤਾਂ ਬੱਚਿਆਂ ਦੇ ਮਨੋਰੰਜਨ ਦੇ ਲਈ ਇਹ ਪ੍ਰਬੰਧ ਕੀਤੇ ਗਏ। ਪੋਲਿੰਗ ਬੂਥਾਂ ਦੇ ਉੱਤੇ ਸੈਲਫੀ ਵਾਲੀਆਂ ਪਲੇਸਿਸ ਹੁੰਦੀਆਂ ਨੇ ਉਹ ਵੀ ਇੱਥੇ ਸਥਾਪਿਤ ਕੀਤੀਆਂ ਗਈਆਂ ਕਿ ਲੋਕ ਸੈਲਫੀ ਲੈ ਸਕਣ। ਇਸ ਤਰ੍ਹਾਂ ਦੇ ਜਿਹੜੇ ਮਾਡਲ ਨੇ ਉਹ ਰੱਖੇ
ਰੱਖੇ ਗਏ। ਵੋਟਰਾਂ ਦੀ ਗੱਲ ਕਰ ਲਈਏ ਤਾਂ ਵੋਟਰਾਂ ਨੇ ਕਾਫੀ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ। ਜਿਵੇਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਕਿ ਬਹੁਤ ਹੀ ਉਤਸ਼ਾਹ ਦੇ ਨਾਲ ਲੋਕ ਵੋਟਾਂ ਪਾਉਣ ਦੇ ਲਈ ਐਤਕੀ ਨਿਕਲੇ। ਬੜਾ ਦਿਲਚਸਪ ਜਿਹੜਾ ਇਸ ਵਾਰ ਦਾ ਚੋਣ ਮੁਕਾਬਲਾ ਹੈ ਅਤੇ ਲੋਕ ਕਾਫੀ ਇੰਟਰਸਟ ਇਸ ਸਿਆਸਤ ਦੇ ਵਿੱਚ ਲੈ ਰਹੇ ਨੇ। 10 ਤਰੀਕ ਨੂੰ ਨਤੀਜੇ ਆਉਣਗੇ, ਦੇਖੋ ਸਰਕਾਰ ਕਿਹਦੀ ਬਣਦੀ ਹੈ, ਪਰ ਵੋਟਰਾਂ ਨੇ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ। ਸਭ ਤੋਂ ਪਹਿਲਾਂ ਸੋਹਣਾ ਮੋਹਣਾ ਦੀ ਤਸਵੀਰ ਹੈ ਜਿਹੜੀ ਉਹ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਚੋਣ ਕਮਿਸ਼ਨ ਦੇ ਆਈਕਨ ਸੋਹਣਾ ਮੋਹਣਾ ਦੀ ਵੋਟ ਪਾਉਂਦਿਆਂ ਦੀ ਤਸਵੀਰ ਕਾਫੀ ਖਿੱਚਦਾ ਕੇਂਦਰ ਬਣੀ। ਇੱਕ ਸਰੀਰ ਤੇ 2 ਧੜ ਵਾਲੇ ਨੌਜਵਾਨ ਨੇ ਜਿਨ੍ਹਾਂ ਦੀ ਇਸ ਵਾਰੀ ਪਹਿਲੀ ਵਾਰੀ ਵੋਟ ਬਣੀ। ਪਿੰਗਲਵਾੜਾ ਦੇ ਵਿੱਚ ਪਲ ਕੇ ਇਹ ਜਵਾਨ ਹੋਏ ਨੇ। ਬਿਜਲੀ ਵਿਭਾਗ ਦੇ ਵਿੱਚ ਹੁਣ ਸਰਕਾਰੀ ਨੌਕਰੀ ਕਰ ਰਹੇ ਨੇ। ਮਾਨਾਵਾਲਾ ਦੇ ਵਿੱਚ ਇਹਨਾਂ ਨੇ ਵੋਟ ਪਾਈ। ਇਹਨਾਂ ਦੋਵਾਂ ਨੂੰ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਨਮਾਨਿਤ ਵੀ ਕੀਤਾ ਅਤੇ ਇਸ ਵਾਰੀ ਚੋਣ ਕਮਿਸ਼ਨ ਨੇ ਸੋਹਣਾ ਤੇ ਮੋਹਣਾ ਨੂੰ ਵੋਟਰਾਂ ਦੇ ਲਈ ਆਈਕਨ ਵੀ ਬਣਾਇਆ। ਇਸੇ ਤਰ੍ਹਾਂ ਖੰਨਾ ਤੋਂ 80 ਸਾਲ ਦੀ ਬਜ਼ੁਰਗ ਦੀ ਵੋਟ ਪਾਉਣ ਵੇਲੇ ਮੌਤ ਵੀ ਹੋ ਗਈ, ਜਦਕਿ ਮੁਹਾਲੀ ਦਾ ਇੱਕ 100 ਸਾਲ ਦਾ ਬਜ਼ੁਰਗ ਵੋਟ ਪਾਉਣ ਦੇ ਲਈ ਆਪਣੇ ਫੈਮਿਲੀ ਡਾਕਟਰ ਨੂੰ ਨਾਲ ਵੀ ਲੈ ਕੇ ਗਿਆ। ਜ਼ੀਰਕਪੁਰ ਦੇ ਵਿੱਚ ਇੱਕ ਦੁਲਹਨ ਨੇ ਸੱਜ ਧੱਜ ਕੇ ਵੋਟ ਪਾਈ ਤੇ ਲਾੜੀ ਲਾੜਿਆਂ ਦੀਆਂ ਤਸਵੀਰਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਮਿਲੀਆਂ ਨੇ। ਜਦੋਂ ਵਿਆਹ ਕਰਵਾਉਣ ਤੋਂ ਪਹਿਲਾਂ ਅਤੇ ਵਿਆਹ ਕਰਵਾਉਣ ਤੋਂ ਬਾਅਦ ਲਾੜੀ ਲਾੜੇ ਨੇ ਵੋਟਾਂ ਪਾਈਆਂ। ਰੋਪੜ ਦੇ ਵਿੱਚ ਇੱਕ ਲਾੜੇ ਨੇ ਵਿਆਹ ਤੋਂ ਪਹਿਲਾਂ ਵੋਟ ਪਾਈ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰਾ ਦੇ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਮੌਕੇ ਲਾੜੇ ਬਣੇ ਅਮਨਦੀਪ ਸਿੰਘ ਨੇ ਆਪਣੀ ਵੋਟ ਪੋਲ ਕੀਤੀ। ਵਿਆਹ ਦੇ ਜੋੜੇ ਦੇ ਵਿੱਚ ਸਜੀ ਲਾਵਾਂ ਲੈਣ ਤੋਂ ਪਹਿਲਾਂ ਲਾੜੀ ਪਟਿਆਲਾ ਦੇ ਪੋਲਿੰਗ ਸਟੇਸ਼ਨ ਦੇ ਵਿੱਚ ਵੋਟ ਪਾਉਣ ਦੇ ਲਈ ਪਹੁੰਚੀ। ਇਸੇ ਤਰ੍ਹਾਂ ਸਰਦੂਲਗੜ੍ਹ ਦੇ ਪਿੰਡ ਭੰਮੇ ਖੁਰਦ ਵਿੱਚ ਗੁਰਪਿਆਰ ਸਿੰਘ ਨੇ ਵੀ ਬਰਾਤ ਚੜ੍ਹਨ ਤੋਂ ਪਹਿਲਾਂ ਆਪਣੀ ਵੋਟ ਪਾਈ। ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿੱਚ ਪੈਂਦੇ ਭਵਾਨੀਗੜ੍ਹ ਬਲਾਕ ਦੇ ਪਿੰਡ ਬਾਲਦ ਖੁਰਦ ਦੀ ਸੁਮਨਦੀਪ ਕੌਰ ਨੇ ਵੀ ਲਾਵਾਂ ਲੈਣ ਤੋਂ ਬਾਅਦ ਆਪਣੇ ਪਤੀ ਦੇ ਨਾਲ ਆਪਣੀ ਵੋਟ ਪਾਈ। ਹਲਕਾ ਭੁਲੱਥ ਦੇ ਬੂਥ ਨੰਬਰ 159 ਤੇ ਘੋੜੀ ਚੜਨ ਤੋਂ ਪਹਿਲਾਂ ਲਾੜੇ ਸ਼ੇਰਾ ਨੇ ਵੋਟ ਪਾਈ ਤੇ ਸਕੇ ਸੰਬੰਧੀਆਂ ਦੇ ਨਾਲ ਉਹ ਵੋਟਾਂ ਪਾਉਣ ਦੇ ਲਈ ਪਹੁੰਚਿਆ। ਅੰਮ੍ਰਿਤਸਰ ਦੇ ਵਿੱਚ ਇੱਕ ਬਜ਼ੁਰਗ ਨੂੰ ਕੁਰਸੀ ਸਮੇਤ ਗੋਦੀ ਚੁੱਕ ਕੇ ਵੋਟ ਪਵਾਉਣ ਲਈ ਲਿਜਾਇਆ ਗਿਆ। ਗੁਰਦਾਸਪੁਰ ਦੇ ਵਿੱਚ ਅੰਗਹੀਨ ਨੂੰ ਵੀਲ ਚੇਅਰ ਤੇ ਬਿਠਾ ਕੇ ਵੋਟ ਪਾਉਣ ਦੇ ਲਈ ਲਿਜਾਇਆ ਗਿਆ। ਸੋ ਪੋਲਿੰਗ ਬੂਥ ਤੇ ਬਜ਼ੁਰਗ ਵੀ ਪਹੁੰਚੇ, ਨੌਜਵਾਨ ਵੀ ਪਹੁੰਚੇ ਤੇ ਪਹਿਲੀ ਵਾਰੀ ਜਿਹੜੇ ਵੋਟਾਂ ਪਾਉਣ ਵਾਲੇ ਨੌਜਵਾਨ ਸੀ ਉਹ ਕਾਫੀ ਉਤਸ਼ਾਹਿਤ ਸਨ। ਫਸਟ ਟਾਈਮ ਵੋਟਰਸ ਨੇ ਜਿਹੜੇ ਉਹਨਾਂ ਨੇ ਚੋਣ ਕਮਿਸ਼ਨ ਦਾ ਧੰਨਵਾਦ ਵੀ ਕੀਤਾ ਅਤੇ ਵੋਟ ਪਾਉਣ ਤੇ ਕਾਫੀ ਖੁਸ਼ ਨਜ਼ਰ ਵੀ ਆਏ ਤੇ ਦੂਸਰਿਆਂ ਨੂੰ ਵੀ ਉਹ ਪ੍ਰੇਰਿਤ ਕਰਦੇ ਨਜ਼ਰ ਆਏ। ਹੁਣ ਤੁਹਾਨੂੰ ਸਿਆਸੀ ਵਾਰ ਪਲਟਵਾਰ ਦੱਸ ਦਿੰਨੇ ਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੋਟਾਂ ਪਾਉਣ ਤੋਂ ਬਾਅਦ ਇਹਨਾਂ ਨੇ ਬਿਆਨ ਦਿੱਤਾ, ਤਿੱਖਾ ਪ੍ਰਤੀਕਰਮ ਦਿੱਤਾ ਕਿ ਡੇਰਾ ਸਿਰਸਾ ਦੇ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇਣ ਦੇ ਨਾਲ ਬੇਅਦਬੀ ਦੇ ਜ਼ਖਮ ਮੁੜ ਅੱਲੇ ਹੋ ਗਏ ਨੇ। ਬੀਜੇਪੀ ਦੇ ਵੀ ਭੜਕੇ ਅਤੇ ਆਮ ਆਦਮੀ ਪਾਰਟੀ ਤੇ ਵੀ ਆਪਣਾ ਰੋਸਾ ਕੱਢਿਆ। ਕਹਿੰਦੇ ਹੁਣ ਜੋ ਡੇਰਾ ਸਿਰਸਾ ਨੇ ਹਮਾਇਤ ਦਿੱਤੀ ਹੈ ਉਸ ਤੋਂ ਜੱਗ ਜ਼ਾਹਿਰ ਹੋ ਗਿਆ ਕਿ ਇਹਨਾਂ ਦੀ ਸਾਂਝ ਭਿਆਲੀ ਆਪਸ ਦੇ ਵਿੱਚ ਕਿੰਨੀ ਜ਼ਿਆਦਾ ਹੈ ਤੇ ਇਹਨਾਂ ਦੀ ਸਾਂਝ ਜੱਗ ਜ਼ਾਹਿਰ ਹੋ ਗਈ ਹੈ। ਚੰਨੀ ਨੇ ਕੇਜਰੀਵਾਲ, ਸੁਖਬੀਰ ਬਾਦਲ ਅਤੇ ਬੀਜੇਪੀ ਤੇ ਨਿਸ਼ਾਨੇ ਕਸੇ। ਸੁਣ ਲਓ ਤੁਸੀਂ ਕਿ ਕੀ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਕੇਜਰੀਵਾਲ ਜੀ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੀ ਸੱਤਾ ਦੇ ਕਾਬਜ ਹੋਣਾ ਚਾਹੁੰਦੇ, ਉਹਨਾਂ ਵਾਸਤੇ ਹਰ ਸਿਧਾਂਤ ਨੂੰ ਛਿੱਕੇ ਟੰਗ ਰਹੇ ਹੈ। ਇੱਥੇ ਤੱਕ ਕਿ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਉਹਨਾਂ ਨੇ ਸਮਰਥਨ ਲਿਆ ਹੈ। ਇਸ ਬਾਰੇ 'ਚ ਮੈਂ ਜਿਹੜੀ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਹੈ ਉਹਦੇ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਇਹਦੀ ਜਾਂਚ ਕਰਾਂਗੇ। ਅੱਛਾ, ਲੋਕਾਂ ਨੂੰ ਕੀ ਅਪੀਲ ਹੈ? ਪੰਜਾਬ ਦੇ ਲੋਕ ਜਿਹੜੇ ਵੋਟ ਪਾ ਰਹੇ ਨੇ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੇ ਵੱਲੋਂ? ਮੈਂ ਫੇਰ ਕਹਿ ਰਿਹਾ ਕਿ ਮੈਂ ਤਾਂ ਅੱਜ ਗੁਰੂ ਸਾਹਿਬ ਦੇ ਘਰ ਆ ਕੇ ਗੁਰਦੁਆਰੇ ਦੇ ਵਿੱਚ ਅਰਦਾਸ ਕੀਤੀ ਹੈ, ਮੰਦਿਰ ਦੇ ਵਿੱਚ ਗਿਆ ਹੈ, ਆਪਣੇ ਆਪ ਨੂੰ ਗੁਰੂ ਦੇ ਅੱਗੇ ਤੇ ਭਗਵਾਨ ਦੇ ਅੱਗੇ ਸਮਰਪਿਤ ਕਰ ਦਿੱਤਾ ਹੈ। ਹੁਣ ਲੋਕਾਂ ਦੇ ਹੱਥ ਵਿੱਚ ਹੈ, ਲੋਕ ਅੱਛਾ ਫਤਵਾ ਦੇਣ, ਮੌਕਾ ਦੇਣ ਤਾਂ ਕਿ ਜਿਸ ਤਰੀਕੇ ਨਾਲ 111 ਦਿਨਾਂ ਦੇ ਵਿੱਚ ਨੇਕ ਨੀਤੀ, ਇਮਾਨਦਾਰੀ ਔਰ ਸਖਤ ਮਿਹਨਤ ਦੇ ਨਾਲ ਕੰਮ ਕੀਤਾ, ਉਸੇ ਤਰ੍ਹਾਂ 5 ਸਾਲ ਦਾ ਮੌਕਾ ਦੇਣ ਤਾਂ ਮੈਂ ਇਹ ਵਿਸ਼ਵਾਸ ਦਵਾ ਸਕਦਾ ਕਿ ਮੈਂ ਨੇ ਬਿਲਕੁਲ ਸਾਫ ਸੁਥਰਾ ਪ੍ਰਸ਼ਾਸਨ ਹੈ ਜਿਹੜਾ। ਇੱਕ ਦਿਲਚਸਪ ਤਸਵੀਰ ਤੁਹਾਨੂੰ ਦਿਖਾਉਣੇ ਆ ਇਹਨਾਂ ਚੋਣਾਂ ਦੀ। ਅੰਮ੍ਰਿਤਸਰ ਪੂਰਬੀ ਹੌਟ ਸੀਟ ਤੋਂ ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਇੱਕ ਦੂਸਰੇ ਦੇ ਵੱਡੇ ਸਿਆਸੀ ਵਿਰੋਧੀ ਨੇ ਤੇ ਇਹਨਾਂ ਦੋਵਾਂ ਦੇ ਲਈ ਅੰਮ੍ਰਿਤਸਰ ਪੂਰਬੀ ਦੀ ਸੀਟ ਹੈ ਜਿਹੜੀ ਉਹ ਵਕਾਰ ਦਾ ਸਵਾਲ ਬਣੀ ਹੋਈ ਹੈ, ਮੁੱਛ ਦਾ ਸਵਾਲ ਵੀ ਕਹਿ ਸਕਦੇ ਆ ਤੇ ਦੋਵਾਂ ਦੀ ਇੱਥੇ ਪੂਰੀ ਸਿਰਤੜ ਦੀ ਬਾਜ਼ੀ ਆਪਾਂ ਕਹਿ ਸਕਦੇ ਆ। ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਦੇ ਇੱਕ ਪੋਲਿੰਗ ਬੂਥ ਤੇ ਆਮੋ ਸਾਹਮਣੇ ਹੋ ਗਏ।
ਵੇਰਕਾ ਦੇ ਬੂਥ ਤੇ ਮਿਲੇ ਤੇ ਇੱਕ ਦੂਸਰੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ, ਕਿਉਂਕਿ ਵੇਰਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵੋਟ ਹੈ ਅਤੇ ਨਵਜੋਤ ਸਿੰਘ ਸਿੱਧੂ ਦਾਅਵਾ ਕਰਦੇ ਨੇ ਕਿ ਵੇਰਕਾ ਦੇ ਜ਼ਿਆਦਾ ਜਿਹੜੇ ਵੋਟਰ ਹੈਗੇ ਨੇ ਉਹ ਸਿੱਧੂ ਦੇ ਹੱਕ ਵਿੱਚ ਭੁਗਤਦੇ ਨੇ। ਹਾਲਾਂਕਿ ਇਹਨਾਂ ਨੇ ਹੋਰ ਕੋਈ ਗੱਲਬਾਤ ਤਾਂ ਨਹੀਂ ਕੀਤੀ, ਇੱਕ ਦੂਸਰੇ ਨੂੰ ਦੁਆ ਸਲਾਮ ਹੈ ਜਿਹੜੀ ਉਹ ਕੀਤੀ, ਪਰ ਇੱਕ ਦੂਜੇ ਦੇ ਕੱਟੜ ਵਿਰੋਧੀ ਇਹਨਾਂ ਲੀਡਰਾਂ ਦਾ ਆਪਸ ਵਿੱਚ ਮਿਲਣਾ ਤੇ ਇੱਕ ਦੂਸਰੇ ਨੂੰ ਸ਼ੁਭ ਕਾਮਨਾਵਾਂ ਦੇਣੀਆਂ, ਦੁਆ ਸਲਾਮ ਕਰਨਾ, ਇਹ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ। ਤੇ ਇਹਨਾਂ ਦੇ ਪਿੱਛੇ ਲੱਗ ਕੇ ਆਪਸ ਦੇ ਵਿੱਚ ਵੈਰ ਵਿੱਢਣ ਵਾਲੇ ਜਿਹੜੇ ਲੋਕ ਇਹ ਵੇਖ ਕੇ ਹੈਰਾਨ ਵੀ ਸਨ ਕਿ ਦੋਵਾਂ ਨੇ ਇੱਕ ਦੂਸਰੇ ਨੂੰ ਬੁਲਾ ਕੇ ਮਿਲਿਆ, ਕਿਉਂਕਿ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਵੇਰਕਾ ਦੇ ਵਿੱਚ ਦੋਵੇਂ ਲੀਡਰਾਂ ਦੇ ਧੜਿਆਂ ਵਿੱਚ ਲੜਾਈ ਵੀ ਹੋਈ, ਕੇਸ ਦਰਜ ਵੀ ਹੋਵੇ। ਦੋਹਾਂ ਲੀਡਰਾਂ ਨੇ ਬੂਥ ਦੇ ਗੇਟ ਤੇ ਕੁਝ ਸੈਕਿੰਡ ਦੀ ਮੁਲਾਕਾਤ ਕੀਤੀ। ਕੁਝ ਕੁ ਸੈਕਿੰਡ ਬਹੁਤ ਥੋੜੇ ਹੁੰਦੇ ਨੇ, ਕਹਿ ਵੀ ਸਕਦੇ ਹਾਂ ਕਿ ਜਦੋਂ ਇੱਕ ਦੂਸਰੇ ਨੂੰ ਮਿਲੇ ਨੇ ਤਾਂ ਸਤਿ ਸ਼੍ਰੀ ਅਕਾਲ ਦੁਆ ਸਲਾਮ ਹੋ ਹੀ ਜਾਂਦੀ ਹੈ। ਉਸ ਵਕਤ ਇਹਨਾਂ ਦੀ ਮੁਲਾਕਾਤ ਹੋਈ ਜਦੋਂ ਨਵਜੋਤ ਸਿੰਘ ਸਿੱਧੂ ਬੂਥ ਦੇ ਅੰਦਰ ਜਾ ਰਹੇ ਸੀ ਤੇ ਮਜੀਠੀਆ ਬਾਹਰ ਆ ਰਹੇ ਸੀ। ਇੱਕ ਖਬਰ ਤੁਹਾਨੂੰ ਮੋਗਾ ਤੋਂ ਦੱਸ ਦਿੰਦੇ ਹਾਂ, ਜਿੱਥੇ ਫਿਲਮ ਅਦਾਕਾਰ ਸੋਨੂ ਸੂਦ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਦਿੱਤੀ। ਪੁਲਿਸ ਨੇ ਸੋਨੂ ਸੂਦ ਦੀ ਕਾਰ ਕਬਜ਼ੇ ਦੇ ਵਿੱਚ ਲੈ ਲਈ, ਜਦਕਿ ਸੋਨੂ ਸੂਦ ਪੁਲਿਸ ਨੂੰ ਚਕਮਾ ਦੇ ਕੇ ਖਿਸਕ ਗਏ। ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੱਚਰ ਸੂਦ ਦੇ ਭਰਾ ਤੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ। ਫਿਰ ਪੁਲਿਸ ਪ੍ਰਸ਼ਾਸਨ ਨੇ ਕਾਰ ਕਬਜ਼ੇ ਵਿੱਚ ਲੈ ਲਈ। ਸੋਨੂ ਸੂਦ ਨੇ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਹੋਣ ਕਰਕੇ ਗੱਡੀ ਸਾਈਡ ਉੱਤੇ ਖੜੀ ਕੀਤੀ ਹੋਈ ਸੀ। ਡੀਐਸਪੀ ਸਿਟੀ ਜਸ਼ਨਦੀਪ ਗਿੱਲ ਨੇ ਚੋਣ ਆਬਜ਼ਰਵਰ ਦੀ ਹਦਾਇਤ ਤੇ ਇਹਨਾਂ ਦੀ ਇੰਡੀਆਵਰ ਗੱਡੀ ਕਬਜ਼ੇ ਵਿੱਚ ਲੈਣ ਦੀ ਪੁਸ਼ਟੀ ਕੀਤੀ। ਇਹ ਕਾਰਵਾਈ ਚੋਣ ਕਮਿਸ਼ਨ ਦੇ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਉੱਤੇ ਕੀਤੀ ਗਈ। ਸੋਨੂ ਸੂਦ ਨੇ ਦੋਸ਼ ਲਾਇਆ ਕਿ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਸਾਡੇ ਸਮਰਥਕ ਵੋਟਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਟਵੀਟ ਕਰਕੇ ਵੀ ਸੋਨੂ ਸੂਦ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਬਾਕੀ ਪਾਰਟੀਆਂ ਦੇ ਉਮੀਦਵਾਰ ਵੋਟਾਂ ਖਰੀਦ ਰਹੇ ਨੇ। ਸੋਨੂ ਸੂਦ ਦੀ ਭੈਣ ਦੇ ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਅਧਿਕਾਰੀ ਕਮ ਐਸਡੀਐਮ ਸਤਵੰਤ ਸਿੰਘ ਨੇ ਦੱਸਿਆ ਕਿ ਸੋਨੂ ਸੂਦ ਨੂੰ ਘਰੇ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ, ਯਾਨੀ ਕਿ ਇਸ ਸਾਰੀ ਘਟਨਾਕ੍ਰਮ ਤੋਂ ਬਾਅਦ ਸੋਨੂ ਸੂਦ ਨੂੰ ਘਰੋਂ ਨਿਕਲਣ ਤੋਂ ਮਨਾ ਕਰ ਦਿੱਤਾ ਗਿਆ। ਨਿਗਰਾਨੀ ਲਈ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ। ਹਾਲਾਂਕਿ ਬਾਲੀਵੁੱਡ ਅਦਾਕਾਰ ਸੋਨੂ ਸੂਦ ਪੁਲਿਸ ਨੂੰ ਕਚਾਨੀ ਦੇ ਕੇ ਹੋਰ ਗੱਡੀ ਵਿੱਚ ਬੈਠ ਕੇ ਖਿਸਕ ਵੀ ਗਏ। ਪੁਲਿਸ ਵੱਲੋਂ ਕਬਜ਼ੇ ਵਿੱਚ ਲਈ ਗਈ ਗੱਡੀ ਸੋਨੂ ਸੂਦ ਦੇ ਕਿਸੇ ਅਦਾਕਾਰ ਦੋਸਤ ਦੀ ਵੀ ਦੱਸੀ ਜਾਂਦੀ ਹੈ। ਵੋਟਿੰਗ ਦਿਨ ਦੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਅਹਿਮ ਖਬਰ ਹੈ ਕਿਉਂਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ 2 ਪਿੰਡਾਂ ਨੇ ਵੋਟਾਂ ਦਾ ਬਾਈਕਾਟ ਕੀਤਾ। ਮਤਦਾਨ ਜਿੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਹੋਇਆ ਹੈ, ਲੋਕਾਂ ਨੇ ਜ਼ੋਰ ਸ਼ੋਰ ਦੇ ਨਾਲ ਉਤਸ਼ਾਹ ਦੇ ਨਾਲ ਵੋਟਾਂ ਪਾਈਆਂ ਨੇ, ਉੱਥੇ ਹੀ ਹਲਕਾ ਗੜਸ਼ੰਕਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਵੀ ਕੀਤਾ। ਦੋਵਾਂ ਪਿੰਡਾਂ ਦੇ ਲੋਕਾਂ ਵੱਲੋਂ ਨਾ ਤਾਂ ਕਿਸੇ ਪਾਰਟੀ ਨੂੰ ਵੋਟ ਪਾਈ ਗਈ, ਨਾ ਹੀ ਕੋਈ ਬੂਥ ਲੱਗਣ ਦਿੱਤਾ ਗਿਆ। ਪਿੰਡ ਬਸਿਆਲਾ ਦੇ ਸਰਪੰਚ ਹਰਦੇਵ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵਾਂ ਪਿੰਡਾਂ ਦੇ ਲੋਕਾਂ ਨੇ ਰੇਲਵੇ ਵੱਲੋਂ ਬੰਦ ਕੀਤੇ ਫਾਟਕ ਖੋਲਣ ਦੀ ਮੰਗ ਨੂੰ ਲੈ ਕੇ ਫੈਸਲਾ ਲਿਆ ਗਿਆ। ਇਸ ਸੰਬੰਧੀ ਧਰਨਾ ਵੀ ਲਾਇਆ ਗਿਆ ਤੇ ਪੰਜਾਬ ਦੇ ਵਿੱਚ ਇਹਨਾਂ ਵੋਟਾਂ ਦੇ ਦਰਮਿਆਨ ਇੱਕ ਹੋਰ ਬੜੀ ਖੂਬਸੂਰਤ ਤਸਵੀਰ ਦੇਖਣ ਨੂੰ ਮਿਲੀ ਭਾਈਚਾਰਕ ਸਾਂਝ ਦੀ। ਜਿਹੜੇ ਲੋਕ ਸਮਝਦੇ ਨੇ ਕਿ ਵੋਟਾਂ ਤੋਂ ਵੀ ਜ਼ਰੂਰੀ ਭਾਈਚਾਰਾ ਪਿੰਡ ਦਾ ਹੁੰਦਾ ਹੈ, ਵੋਟਾਂ ਤੋਂ ਜ਼ਰੂਰੀ ਪਿੰਡ ਦਾ ਭਾਈਚਾਰਾ ਬੜਾ ਅਹਿਮ ਹੁੰਦਾ ਹੈ। ਕੁਝ ਪਿੰਡਾਂ ਨੇ ਇਸ ਦੀ ਮਿਸਾਲ ਦਿੱਤੀ ਹੈ। ਬੁਢਲਾਡਾ ਹਲਕੇ ਦੇ ਪਿੰਡ ਕੁੱਲਰੀਆਂ ਅਤੇ ਦਰਿਆਪੁਰ ਦੇ ਲੋਕਾਂ ਨੇ ਅਲੱਗ-ਅਲੱਗ ਪੋਲਿੰਗ ਬੂਥ ਨਹੀਂ ਲਾਏ। ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਇਹਨਾਂ ਨੇ ਇਕੱਠਾ ਇੱਕੋ ਹੀ ਪੋਲਿੰਗ ਬੂਥ ਤੇ ਸਾਰੇ ਬੈਠੇ ਸੀ। ਕਿਸੇ ਵੀ ਲੜਾਈ ਪੜਾਈ ਤੋਂ ਬਿਨਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ VOTING ਹੋਈ ਹੈ। ਕੁੱਲਰੀਆਂ ਪਿੰਡ ਦੀ ਵੋਟ ਹੈ ਜਿਹੜੀ ਉਹ ਕਾਫੀ ਹੈ, ਕਿਉਂਕਿ ਪਿੰਡ ਕਾਫੀ ਵੱਡਾ ਹੈ। 7000 ਦੇ ਕਰੀਬ ਇਸ ਪਿੰਡ ਦੀ ਵੋਟ ਹੈ ਤੇ ਪਿਛਲੀ ਵਾਰੀ 2017 ਦੇ ਵਿੱਚ ਇਸ ਹਲਕੇ ਤੋਂ ਬੁਢਲਾਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧ ਰਾਮ MLA ਦੀ ਸੀਟ ਜਿੱਤੇ ਸੀ ਤੇ ਐਤਕੀ ਵੀ ਬੁੱਧ ਰਾਮ ਦੇ ਹੱਕ ਵਿੱਚ ਕਾਫੀ ਲੋਕ ਇਥੋਂ ਨਿੱਤਰ ਰਹੇ ਨੇ। ਹੋ ਸਕਦਾ ਹੈ ਕਿ ਇਸ ਵਾਰ ਵੀ ਬੁੱਧਰਾਮ ਆਪਣੀ ਸੀਟ ਕੱਢ ਜਾਣ। ਇਸੇ ਤਰ੍ਹਾਂ ਧੂਰੀ ਹਲਕਾ ਹੌਟ ਸੀਟ ਹੈ ਪੰਜਾਬ ਦੀ, ਉੱਥੋਂ ਦੇ ਪਿੰਡ ਰਜਿੰਦਰਾ ਪੂਰੀ ਰੰਚਨਾ ਦੀ ਤਸਵੀਰ ਵੀ ਸਾਹਮਣੇ ਆਈ, ਜਿੱਥੇ ਸਾਹਮਣੇ ਇਕੱਠੇ ਬੂਥ ਲਾਏ। ਪਿੰਡ ਪਵਾਲਾ ਇਹ ਬੱਸੀ ਪਠਾਣਾ ਹਲਕੇ ਦੇ ਵਿੱਚ ਇੱਥੇ ਵੀ ਕਿਸੇ ਪਾਰਟੀ ਦਾ ਬੂਥ ਨਹੀਂ ਲੱਗਿਆ। ਪਿੰਡ ਗੁਰੂਸਰ ਮਹਾਰਾਜ ਦੇ ਵਿੱਚ ਵੀ ਲੋਕਾਂ ਨੇ ਸਾਂਝਾ ਪੋਲਿੰਗ ਬੂਥ ਲਾਇਆ ਹੈ। ਸੋ ਇਹ ਪੰਜਾਬ ਦੀਆਂ ਵੋਟਾਂ ਦੇ ਨਾਲ ਜੁੜੀ ਅਹਿਮ ਜਾਣਕਾਰੀ ਅਸੀਂ ਤੁਹਾਨੂੰ ਦਿੱਤੀ ਹੈ, ਕਿਉਂਕਿ ਐਤਵਾਰ ਨੂੰ ਪੰਜਾਬ ਦੇ ਵਿੱਚ ਹੋਰ ਕੋਈ ਖਬਰ ਸਾਹਮਣੇ ਨਹੀਂ ਆਈ। ਸਾਰੇ ਲੋਕ ਵੋਟਾਂ ਪਾਉਣ ਦੇ ਲਈ ਜਾ ਰਹੇ ਸੀ, ਜਾਂ ਤਾਂ ਵੋਟਾਂ ਅਮਨ ਅਮਾਨ ਦੇ ਨਾਲ ਨਿਪਰੇ ਚੜਨ ਦੀਆਂ ਖਬਰਾਂ ਆ ਰਹੀਆਂ ਸੀ ਤੇ ਕਿਤੋਂ ਇੱਕਾ ਦੁੱਕਾ ਹਿੰਸਾ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਪਰ ਕੁੱਲ ਮਿਲਾ ਕੇ VOTING ਹੈ ਜਿਹੜੀ ਉਹ ਭਰਪੂਰ ਹੋਈ ਹੈ, ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੋਈ ਹੈ। ਕਿਤੇ ਵੀ ਕੋਈ ਜ਼ਿਆਦਾ ਦਬਾਅ ਧੱਕਾ ਮੁੱਕੀ ਨਹੀਂ ਚੱਲੀ। ਪਰ
ਪੈਸੇ ਦਾ ਜ਼ੋਰ ਬੜਾ ਚੱਲਿਆ ਹੈ। दारू ਦੇ ਦਰਿਆ ਬਹੁਤ ਵਹਾਏ ਗਏ ਨੇ ਅਤੇ ਤੋਹਫੇ ਲੋਕਾਂ ਨੂੰ ਬੜੇ ਦਿੱਤੇ ਗਏ ਨੇ। 2 ਰਾਤਾਂ ਦੇ ਵਿੱਚ ਕਹਾਣੀ ਬਦਲ ਗਈ ਹੈ। 10 ਮਾਰਚ ਨੂੰ ਆਪਾਂ ਨੂੰ ਪਤਾ ਲੱਗੂਗਾ ਕਿ ਕਿੱਥੇ-ਕਿੱਥੇ ਕੀ ਬਦਲ ਗਿਆ ਹੈ। ਪਰ ਹੁਣੇ ਹੀ ਸਿਆਸੀ ਪੰਡਤਾਂ ਨੇ ਟੇਵੇ ਲਾਉਣੇ ਸ਼ੁਰੂ ਕਰ ਦਿੱਤੇ ਨੇ। ਥੋੜੀ ਜਿਹੀ ਅਪਡੇਟ ਤੁਹਾਨੂੰ ਦੱਸ ਦਿੰਨੇ ਹਾਂ ਤੇ ਨਾਲ ਤੁਸੀਂ ਵੋਟਾਂ ਦੇ ਜਿਹੜੇ ਵੋਟਿੰਗ ਦੇ ਪੰਜਾਬ 'ਚ ਵੋਟਿੰਗ ਦੇ ਸ਼ਾਰਟਸ ਨੇ, ਵੋਟਿੰਗ ਦੀਆਂ ਤਸਵੀਰਾਂ ਉਹ ਤੁਸੀਂ ਦੇਖ ਰਹੇ ਹੋ। ਸਿਮਰਨਜੀਤ ਸਿੰਘ ਮਾਨ ਦੀ ਸੀਟ ਹੈ ਜਿਹੜੀ ਅਮਰਗੜ੍ਹ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਜਿੱਤ ਸਕਦੇ ਨੇ। ਇਹ ਜਿਹੜੇ ਵੋਟਾਂ ਪੈਣ ਤੋਂ ਬਾਅਦ, ਕਿਉਂਕਿ ਵੋਟਾਂ ਪੈਣ ਵਾਲੇ ਦਿਨ ਹੀ ਤਕਰੀਬਨ ਉਮੀਦਵਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਤਕੜੀ ਹੈ ਉਹ ਕਿਹੜੇ ਪਾਸੇ ਝੁਕ ਰਹੀ ਹੈ, ਹਾਰ ਰਹੇ ਨੇ ਜਾਂ ਜਿੱਤ ਰਹੇ ਨੇ, ਇਹ ਤਕਰੀਬਨ ਕਲੀਅਰ ਹੋ ਜਾਂਦਾ ਹੈ। ਵਿਕਰਮ ਮਜੀਠੀਆ ਆਪਣੇ ਹਲਕੇ ਤੋਂ ਸੀਟ ਹਾਰ ਸਕਦੇ ਨੇ ਅਤੇ ਉਹਨਾਂ ਦੀ ਪਤਨੀ ਮਜੀਠਾ ਤੋਂ ਗਨੀਵ ਕੌਰ ਉਹ ਵੀ ਬੜੀ ਮੁਸ਼ਕਿਲ ਦੇ ਨਾਲ ਹੀ ਇਹ ਸੀਟ ਜਿੱਤ ਸਕਦੇ ਨੇ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੋਵਾਂ ਦੀ ਜਿੱਤ ਕਿਤੇ ਨਾ ਕਿਤੇ ਹੁੰਦੀ ਦਿਖਾਈ ਦੇ ਰਹੀ ਹੈ। ਭਗਵੰਤ ਮਾਨ ਧੂਰੀ ਸੀਟ ਤੇ ਫਸਮਾ ਮੁਕਾਬਲਾ ਸੀ। ਪਹਿਲਾਂ ਵੀ ਅਸੀਂ ਕਹਿੰਦੇ ਰਹੇ ਹਾਂ ਕਿ ਧੂਰੀ ਸੀਟ ਪੱਕੀ ਨਹੀਂ ਹੈ। ਗੋਲਡੀ ਅਤੇ ਭਗਵੰਤ ਮਾਨ ਦਾ ਪੂਰਾ ਮੁਕਾਬਲਾ ਰਿਹਾ ਤੇ ਵੋਟਾਂ ਵਾਲੇ ਦਿਨ ਵੀ ਇਹੀ ਦੇਖਣ ਨੂੰ ਮਿਲਿਆ ਕਿ ਭਗਵੰਤ ਮਾਨ ਹਾਰ ਵੀ ਸਕਦੇ ਨੇ, ਜਿੱਤ ਵੀ ਸਕਦੇ ਨੇ। ਗੋਲਡੀ ਜਿੱਤ ਵੀ ਸਕਦੇ ਨੇ, ਹਾਰ ਵੀ ਸਕਦੇ ਨੇ। ਚਰਨਜੀਤ ਸਿੰਘ ਚੰਨੀ ਭਦੌੜ ਵਾਲੀ ਸੀਟ ਹਾਰ ਸਕਦੇ ਨੇ। ਬਲਵੀਰ ਸਿੰਘ ਸਿੱਧੂ ਬਹੁਤ ਹੀ ਹੈਰਾਨੀਜਨਕ ਆંકੜੇ ਨੇ ਕਿ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲ ਰਹੀ ਸੀ। ਕੁਲਵੰਤ ਸਿੰਘ ਜਿਹੜੇ ਮੋਹਾਲੀ ਦੇ ਸਾਬਕਾ ਮੇਅਰ ਆਮ ਆਦਮੀ ਪਾਰਟੀ ਦੇ ਵੱਲੋਂ ਲੜ ਰਹੇ ਨੇ, ਉਹ ਆਪਣੀ ਸੀਟ ਹਾਰ ਸਕਦੇ ਨੇ। ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਸੀਟ ਜਿਹੜੇ ਚੋਣ ਲੜ ਰਹੇ ਸੀ, ਭਗਵੰਤ ਮਾਨ ਦੇ ਨਾਮ ਤੇ ਵੋਟਾਂ ਮੰਗ ਰਹੇ ਸੀ, ਉਹ ਆਪਣੀ ਸੀਟ ਹਾਰ ਸਕਦੇ ਨੇ। ਬੈਂਸ ਭਰਾ ਹਰ ਵਾਰੀ ਆਪਣੀਆਂ ਸੀਟਾਂ ਕੱਢ ਜਾਂਦੇ ਨੇ, ਇਸ ਵਾਰ ਵੀ ਉਮੀਦ ਹੈ ਕਿਉਂਕਿ ਬੜੇ ਕੰਮ ਕਰਦੇ ਨੇ, ਲੋਕਾਂ ਦੇ ਨਾਲ ਜੁੜ ਕੇ ਰਹਿੰਦੇ ਨੇ, ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨੇ, ਉਹਨਾਂ ਦਾ ਹੱਲ ਵੀ ਕਰਦੇ ਨੇ, ਇਹ ਸੀਟਾਂ ਜਿੱਤ ਸਕਦੇ ਨੇ। ਤੇ ਅਨਿਲ ਜੋਸ਼ੀ ਦੀ ਜਿਹੜੀ ਸੀਟ ਹੈ ਉਸ ਤੇ ਪੂਰੀ ਫਾਈਟ ਹੈਗੀ ਹੈ। ਅਮਰਿੰਦਰ ਸਿੰਘ ਸੀਟ ਜਿੱਤ ਵੀ ਸਕਦੇ ਨੇ, ਹਾਰ ਵੀ ਸਕਦੇ ਨੇ। ਪੂਰੀ ਤਕੜੀ ਫਾਈਟ ਇੱਥੇ ਚੱਲ ਰਹੀ ਹੈ ਤੇ ਇਸ ਤਰ੍ਹਾਂ ਹੀ ਲਹਿਰਾ ਸੀਟ ਹੈ ਜਿਹੜੀ ਉਹ ਰਜਿੰਦਰ ਕੌਰ ਭੱਠਲ ਜਿੱਤ ਸਕਦੇ ਨੇ। ਸੋ ਬਹੁਤ ਸਾਰੀਆਂ ਹੋਰ ਸੀਟਾਂ ਵੀ ਹੈਗੀਆਂ ਨੇ ਤੇ ਉਹਨਾਂ ਦੇ ਜਿਹੜੇ ਜਦੋਂ 10 ਮਾਰਚ ਨੂੰ ਰੁਝਾਨ ਆਉਣਗੇ ਉਸ ਤੋਂ ਪਹਿਲਾਂ ਬੜੇ ਟੇਵੇ ਲੱਗਣੇ ਨੇ, ਬੜੇ ਸਾਰੇ ਲੋਕਾਂ ਦੇ ਬਿਆਨ ਆਉਣੇ ਨੇ, ਬੜੇ ਸਾਰੇ ਰੁਝਾਨ ਆਉਣੇ ਨੇ। ਕੁਝ ਲੋਕਾਂ ਨੇ ਆਪਦਾ ਸਰਵੇ ਵੀ ਕਰਨਾ ਹੈ, ਪਤਾ ਲੱਗ ਹੀ ਜਾਂਦਾ ਹੈ ਕਿ ਕਿਹਨੇ ਕਿੱਧਰ ਨੂੰ ਵੋਟਾਂ ਪਾਈਆਂ ਨੇ। ਸੋ 20 ਦਿਨਾਂ ਦੀ ਉਡੀਕ ਆਪਾਂ ਨੂੰ ਕਰਨੀ ਪਵੇਗੀ। ਇਸੇ ਤਰ੍ਹਾਂ ਪੰਜਾਬ ਦੀਆਂ ਵੋਟਾਂ ਦੇ ਨਾਲ ਯੂਪੀ ਦੇ ਵਿੱਚ ਵੀ ਵੋਟਾਂ ਪਈਆਂ ਨੇ। ਤੀਜੇ ਪੜਾਅ ਦੌਰਾਨ ਯੂਪੀ ਦੇ ਵਿੱਚ ਚੋਣਾਂ ਖਤਮ ਹੋ ਗਈਆਂ ਨੇ। ਇਸ ਤੋਂ ਪਹਿਲਾਂ 2 ਪੜਾਅ ਦੀਆਂ ਵੋਟਾਂ ਪੈ ਚੁੱਕੀਆਂ ਨੇ ਤੇ ਤੀਸਰੇ ਪੜਾਅ ਦੇ ਵਿੱਚ ਵੀ ਵੋਟਿੰਗ ਕੋਈ ਜ਼ਿਆਦਾ ਦਰਜ ਨਹੀਂ ਕੀਤੀ ਗਈ। 57.58% ਵੋਟਿੰਗ ਇੱਥੇ ਦਰਜ ਕੀਤੀ ਗਈ ਹੈ। ਯੂਪੀ ਦੇ 16 ਜ਼ਿਲ੍ਹਿਆਂ ਦੇ ਵਿੱਚ ਵੋਟਾਂ ਪਈਆਂ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇੱਥੇ 57.58% ਵੋਟਿੰਗ ਹੋਈ। ਕੁਝ ਥਾਵਾਂ ਤੇ ਗੜਬੜੀ ਦੀਆਂ ਖਬਰਾਂ ਵੀ ਮਿਲੀਆਂ। ਕੁਝ ਪਾਰਟੀ ਦੇ ਲੀਡਰਾਂ ਵੱਲੋਂ ਚੋਣ ਕਮਿਸ਼ਨ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ। ਹਾਲੇ ਵੀ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦੀਆਂ ਸੀਟਾਂ ਦੇ ਲਈ ਵੋਟਿੰਗ ਹੋਣੀ ਬਾਕੀ ਹੈ। ਨਤੀਜਾ 10 ਮਾਰਚ ਨੂੰ ਐਲਾਨਿਆ ਜਾਵੇਗਾ। ਸੋ ਚੋਣਾਂ ਇਸ ਮੁਲਕ ਦੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਮੰਨੀਆਂ ਜਾਂਦੀਆਂ ਨੇ, ਪਰ ਅਫਸੋਸ ਦੀ ਗੱਲ ਇਹ ਹੈ ਜਦੋਂ ਮਾਹੌਲ ਦੇਖਦੇ ਹਾਂ, ਹਾਲਾਤ ਦੇਖਦੇ ਹਾਂ ਤਾਂ ਕਹਿਣ ਨੂੰ ਮਜਬੂਰ ਹੋ ਜਾਈਦਾ ਹੈ ਕਿ ਵੋਟਾਂ ਸ਼ਾਇਦ ਇੱਥੇ ਇੱਕ ਫਾਰਮੈਲਿਟੀ ਹੈਗੀਆਂ ਨੇ ਕਿਉਂਕਿ ਜਿੱਤਦੇ ਉਹੀ ਨੇ ਜੋ ਪੈਸਾ ਲਾਉਂਦੇ ਨੇ। ਪੈਸਾ ਇਹਨਾਂ ਵੋਟਾਂ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਅਖੀਰ ਤੇ ਆ ਕੇ ਸਾਰੀ ਕਹਾਣੀ ਬਦਲ ਦਿੰਦਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।